ਸਾਹਿਬ ਜੀਓ। ਸੋਹੀ ਮਹੱਲਾ ਪੰਜਵਾ। ਹਰਿ ਕਾ ਸੰਤ ਪ੍ਰਾਨ ਧਨ, ਤਿਸ ਕਾ ਪਨਹਾਰਾ। ਪਾਈ ਮੀਤ ਸੁਤ ਸਗਲ ਤੇ, ਜੀਅਹੂੰ ਤੇ ਪਿਆਰਾ। ਹਰਿ ਕਾ ਸੰਤ ਪ੍ਰਾਨ ਧਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪੰਜਵਾ। ਸੋਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਫਰਮਾਨ ਕਰਦੇ ਹਨ। ਹਰਿ ਕਾ ਸੰਤ ਪ੍ਰਾਨ ਧਨ। ਜੋ ਹਰੀ ਨਾਮ ਨੂੰ ਹੀ ਆਪਣੇ ਪ੍ਰਾਣ, ਸਵਾਸ ਅਤੇ ਧਨ ਸਮਝਣ ਵਾਲਾ ਹਰੀ ਪਰਮੇਸ਼ਰ ਦਾ ਸੰਤ ਮਹਾਤਮਾ ਹੈ। ਤਿਸ ਕਾ ਪਨਹਾਰਾ। ਮੈਂ ਉਸ ਨੂੰ ਆਪਣੇ ਪ੍ਰਾਣ ਅਤੇ ਤਨ ਆਦਿਕ ਅਰਪਣ ਕਰਦਾ ਹਾਂ। ਜਿਹਨੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਬਾਈਐ। ਆਪਣਾ ਤਨ ਮਨ ਧਨ ਸਭ ਗੁਰੂ ਨਾਨਕ ਸਾਹਿਬ ਨੂੰ ਅਰਪਣ ਕੀਤਾ ਹੈ। ਸੋ ਪ੍ਰਭੂ ਪਰਮਾਤਮਾ ਨੂੰ ਅਰਪਣ ਕੀਤਾ ਹੈ। ਉਹ ਸੰਤ, ਉਹਨੂੰ ਮੈਂ ਆਪਦਾ ਸਭ ਕੁਛ ਅਰਪਣ ਕਰਦਾ ਅਤੇ ਉਹ ਸੰਤ ਮਹਾਤਮਾ ਦਾ ਪਾਣੀ ਭਰਨ ਵਾਲਾ ਬਣਨਾ ਕਰਦਾ ਹਾਂ। ਪਾਈ ਮੀਤਾ ਸੁਤ ਸਗਲ ਤੇ। ਆਪਣੇ ਸਗੇ ਭਰਾ, ਮਿੱਤਰ, ਪੁੱਤਰ ਆਦਿਕ ਸਾਰਿਆਂ ਤੋਂ ਅਤੇ ਜੀਅਹੂੰ ਤੇ ਪਿਆਰਾ। ਮੇਰੀ ਜ਼ਿੰਦਗੀ ਤੋਂ ਵੀ ਉਹ ਸੰਤ ਪਿਆਰਾ ਚੰਗਾ ਹੈ। ਜੋ ਹਰ ਕਾ ਪਿਆਰਾ, ਸੋ ਸਭਨਾ ਕਾ ਪਿਆਰਾ। ਹੋਰ ਕੀਤੀ ਝੱਖ ਝੱਖ ਆਵੇ ਜਾਵੇ। ਜਿਹਨੂੰ ਮਹਾਰਾਜ ਨੇ ਮੰਨ ਲਿਆ, ਉਹ ਸਭ ਦੁਨੀਆ ਦਾ ਪੂਜਨੀਕ ਬਣ ਗਿਆ। ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਪਿਆਰਾ ਕਹਿ ਦਿੱਤਾ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਇਹ ਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਹਨ। ਚਾਰ ਸਾਹਿਬਜ਼ਾਦੇ, ਹੋਰ ਅਨੇਕਾਂ ਹੀ ਗੁਰਮੁਖ ਸ਼ਹੀਦ ਸਿੰਘ ਗੁਰੂ ਜੀ ਮਹਾਰਾਜ ਦੇ ਪਿਆਰ ਵਾਲੇ, ਜਿਹਨੂੰ ਪਾਤਸ਼ਾਹ ਨੇ ਪਿਆਰਾ ਬਣਾ ਲਿਆ, ਉਹ ਸਾਰੇ ਜਗਤ ਦਾ ਪਿਆਰਾ ਹੈ। ਹੋਰ ਕੀਤੀ ਝੱਕ ਝੱਕ ਆਵੇ ਜਾਵੇ। ਹੋਰ ਕਿੰਨੀ ਹੀ ਦੁਨੀਆ ਝੱਖਾ ਮਾਰਦੀ ਆਉਂਦੀ ਜਾਂਦੀ, ਜੰਮਦੀ ਮਰਦੀ ਰਹਿੰਦੀ ਹੈ। ਤੋ ਇਸ ਲਈ ਉਹ ਸਾਡੀ ਜ਼ਿੰਦਗੀ ਤੋਂ ਵੀ ਪਿਆਰਾ ਸੰਤ ਹੈ, ਜਿਹੜਾ ਨਾਮ ਜਪ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਵਾਲਾ ਹੋਇਆ ਹੈ। ਜਿਹਨੇ ਪ੍ਰਭੂ ਨੂੰ ਪਾ ਲਿਆ ਹੈ,
ਸੋ ਵਾਹਿਗੁਰੂ ਦੇ ਨਾਲ ਸਾਜ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਿ ਪ੍ਰਭ ਪਾਇਓ। ਪ੍ਰਭੂ ਤੋਂ ਬਗੈਰ ਕਿਸੇ ਨੂੰ ਹੋਰ ਆਪਣਾ ਨਹੀਂ ਮੰਨਿਆ। ਸੋ ਭਗਤ ਧੰਨਾ ਜੀ ਵਰਗੇ ਜਿਨ੍ਹਾਂ ਸਿੱਧੇ ਸਾਦੇ ਸੁਭਾਅ ਮੁਤਾਬਕ ਪ੍ਰਭੂ ਦੇ ਦਰਸ਼ਨ ਕੀਤੇ, ਤੋ ਐਸੇ ਜਿਹੜੇ ਸੰਤ ਮਹਾਂਪੁਰਖ ਮੇਰੀ ਜ਼ਿੰਦਗੀ ਤੋਂ ਵੀ ਪਿਆਰੇ ਚੰਗੇ ਹਨ, ਜੋ ਮਹਾਰਾਜ ਦੀ ਬਾਣੀ ਪੜ੍ਹਦੇ ਨੇ, ਮਹਾਰਾਜ ਦੀ ਸੇਵਾ ਕਰਦੇ ਨੇ, ਸਕੇ ਭਰਾ ਮਿੱਤਰ ਅਤੇ ਪੁੱਤਰ ਆਦਿਕ ਸਾਰਿਆਂ ਤੋਂ ਚੰਗੇ ਹਨ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਕੇਸਾਂ ਕਾ ਕਰ ਬੀਜਨਾ, ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਸੰਤ ਚੌਰ ਟੁਲਾਵੋ, ਸੰਤ ਜਨਾਂ ਦੇ ਚਾਰੇ ਤਰਫ ਫੇਰਨਾ ਕਰਦਾ ਹਾਂ, ਚੌਰ ਬਣਾ ਕਰਕੇ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਮਾਣ ਗਣੀ ਸਈ ਇਹ ਆਏ, ਸਫਲ ਤਿਨਾਂਗੇ ਕੰਮ। ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਕੇਸਾਂ ਕਾ ਕਰ ਚਬਰ ਟੋਲਾਵਾ, ਚਰਨ ਧੂੜ ਮੁਖ ਲਾਈ ਰਹਾ। ਮੈਂ ਆਪਦੇ ਕੇਸਾਂ ਦਾ ਪੱਖਾ ਬਣਾ ਕੇ ਸੰਤਨ ਜਨਾਂ ਨੂੰ ਫੇਰਨਾ। ਜਿਹਦੇ ਹੁਣ ਕੇਸ ਹੈ ਹੀ ਨਹੀਂ, ਉਹ ਨਾ ਬੰਦਾ ਕੀ ਫੇਰੂਗਾ। ਇੱਥੋਂ ਸਪਸ਼ਟ ਹੈ ਕਿ ਕੇਸ ਰੱਖਣੇ ਚਾਹੀਦੇ ਨੇ। ਇਸੇ ਪ੍ਰਕਾਰ ਕੇਸਾਂ ਕਾ ਕਰ ਬੀਜਨਾ, ਕੇਸਾਂ ਦਾ ਪੱਖਾ ਬਣਾ ਕੇ ਸੰਤ ਚੌਰ ਟੁਲਾਵੋ, ਸੰਤ ਜਨਾਂ ਦੇ ਚਾਰੇ ਤਰਫ ਮੈਂ ਪੱਖਾ ਕਰਦਾ ਹਾਂ, ਜਾਂ ਚੌਰ ਕਰਦਾ ਹਾਂ, ਜਾਂ ਇਸੇ ਪ੍ਰਕਾਰ ਕੇਸਾਂ ਕਾ ਕਰ ਬੀਜਨਾ, ਨਿਸ਼ਕਾਮ ਕਰਮਾਂ ਰੂਪ ਕੇਸਾਂ ਦਾ ਚੌਰ ਵੀ ਵਿਸ਼ੇਸ਼ ਕਰਕੇ ਜਨਾ ਸੰਤ ਜਨਾਂ ਦੇ ਸੰਤ ਚੌਰ ਟੁਲਾਵੋ, ਸੰਤਾਂ ਦੀ ਚੌਂ ਤਰਫ ਫੇਰਨਾ ਕਰਦਾ ਹੈ। ਸੀਸ ਨਿਹਾਰੋ ਚਰਨ ਤਾਲ, ਆਪਣੇ ਸਿਰ ਨੂੰ ਸੰਤ ਜਨਾਂ ਦੇ ਚਰਨਾਂ ਦੇ ਹੇਠਾਂ ਦੇਖਣਾ ਕਰਾਂ। ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਭਾਈ ਗੁਰਦਾਸ ਜੀ ਨੇ ਆਖਿਆ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮੇਰੇ ਸਰੀਰ ਦੀ ਖੱਲ ਦੇ ਮੌਜੇ ਬਣ ਜਾਣ ਅਤੇ ਸੰਤ ਉਹਨਾਂ ਨੂੰ ਆਪਦੇ ਪੈਰਾਂ 'ਚ ਪਾ ਕੇ ਹੰਡਾਉਣ। ਉਹਨਾਂ ਦੇ ਪੈਰਾਂ ਹੇਠ ਮੈਂ ਆਪਣੇ ਆਪ ਨੂੰ ਵੇਖਦਾ ਹਾਂ। ਧੂਰ ਮੁਖ ਲਾਵੋ, ਜਾਂ ਸੀਸ ਨਮਾਉਂਦਾ ਔਰ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਆਪਣੇ ਮੁੱਖ ਮਸਤਕ ਦੇ ਉੱਪਰ ਮੈਂ ਲਾਉਣਾ ਕਰਦਾ ਹਾਂ। ਜਿਹੜੇ ਪਹਿਲੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਜੀ ਹੋਏ ਨੇ। ਅੱਜ ਕੱਲ੍ਹ ਦੇ ਮੂਰਖ ਲੋਕ ਚਾਰ ਅੱਖਰ ਕਥਾ ਦੇ ਸਿੱਖ ਕੇ ਵਾਜੇ ਦੀਆਂ ਦੋ ਕੁ ਸੁਰਾਂ, ਚਾਰ ਕੁ ਚੱਲੇ ਚਾਵਟੇ ਮਗਰ ਲਾ ਕੇ ਅਤੇ ਉਹ ਬਾਬਾ ਜੀ ਦੀ ਨਿੰਦਿਆ ਕਰਨ ਬੈਠ ਜਾਂਦੇ, ਜਿਨ੍ਹਾਂ ਦੇ ਪੈਰਾਂ ਵਰਗੇ ਵੀ ਆਪਾਂ ਨਹੀਂ ਹਾਂ। ਗੁਰੂ ਘਰ ਦਾ ਮਸਲਾ ਕੁਝ ਹੋਰ ਕਿਸਮ ਦਾ ਸੀਗਾ। ਗੁਰਤਾ ਗੱਦੀ ਦੀ ਗੱਲ ਤਾਂ ਪਰਮਾਤਮਾ ਦੇ ਵੱਸ ਵਿੱਚ ਹੈ। ਜਿਹਨੂੰ ਗੱਦੀ ਰੱਬ ਨੇ ਦੇਣੀ ਸੀਗੀ ਉਹ ਧੁਰ ਤੋਂ ਲਿਖੇ ਸੀ ਪਾਵਨ ਸ੍ਰੀ ਲਹਿਣਾ ਜੀ। ਅਤੇ ਥੋੜ੍ਹਾ ਵੀ ਜੇ ਗੱਦੀ ਨਹੀਂ ਮਿਲੀ ਤਾਂ ਉਹ ਬੰਦਾ ਹੀ ਨਹੀਂ ਹੈ। ਉਹ ਸਾਥੋਂ ਹਜ਼ਾਰ ਗੁਣਾ ਚੰਗੇ ਬ੍ਰਹਮ ਗਿਆਨੀ ਅਤੇ ਸਾਧੂ ਰੂਪ ਸੀਗੇ ਬਾਬਾ ਸ੍ਰੀ ਚੰਦ ਜੀ। ਇਹ ਗੁਰੂ ਮਹਾਰਾਜ ਦੀ ਆਪਣੀ ਮੌਜ ਹੈ। ਉਹਨਾਂ ਨੇ ਪ੍ਰੀਖਿਆ ਹੀ ਇੰਨੀ ਸਖਤ ਕੀਤੀ ਕਿ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋਣਾ ਬੜਾ ਮੁਸ਼ਕਿਲ ਸੀਗਾ। ਉਹ ਵੀ ਮਾਤਾ ਸੁਲੱਖਣੀ ਜੀ ਦੇ ਸ਼ੰਕਾ ਕਰਨ ਤੋਂ ਕਿ ਤੁਸੀਂ ਸਾਹਿਬਜ਼ਾਦਿਆਂ ਨਾਲ ਪ੍ਰੇਮ ਕਿਉਂ ਨਹੀਂ ਕਰਦੇ, ਗੱਦੀ ਇਹਨਾਂ ਨੂੰ ਕਿਉਂ ਨਹੀਂ ਦੇਣੀ, ਤਾਂ ਗੁਰੂ ਸਾਹਿਬ ਜੀ ਨੇ ਉਹ ਪਰਖ ਕਰਕੇ ਦਿਖਾਇਆ ਸੀ। ਜੇ ਹੁਣ ਬਾਬੇ ਬੁੱਢੇ ਨੇ ਬਚਨ ਨਹੀਂ ਮੰਨਿਆ ਤਾਂ ਸਮਝ ਲਓ ਵੀ ਇਹ ਬਾਬਾ ਬੁੱਢਾ ਵੀ ਉਹ ਹੀ ਹੈ,
ਬਾਬਾ ਜੀ ਕਿੰਨੇ ਮਹਾਨ ਹਸਤੀ ਹੋਏ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਅੱਡ ਗ੍ਰੰਥੀ ਸੰਭਿਆ ਸਾਜਿਆ, ਪਹਿਲੀ ਬੰਨੇ ਦੀ ਸੇਵਾ ਕਰਦੇ ਰਹੇ। ਭਾਈ ਸਧਾਰਨ, ਭਾਈ ਭਗੀਰਥ ਵਰਗੇ ਬ੍ਰਹਮ ਗਿਆਨੀ ਗੁਰਸਿੱਖ ਸੀਗੇ। ਉਹ ਪ੍ਰੀਖਿਆ ਹੀ ਪੂਰੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਕਰਨੀ ਸੀ। ਪਰਚਾ ਹੀ ਇੰਨਾ ਸਖਤ ਸੀਗਾ। ਅਤੇ ਇਸ ਵਾਸਤੇ ਜੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਮਹਾਰਾਜ ਦਾ ਬਚਨ ਨਹੀਂ ਮੰਨਿਆ, ਉਹ ਗੱਲ ਵੱਖਰੀ ਹੈ। ਗੁਰੂ ਸਾਹਿਬ ਦਾ ਬਚਨ ਮੰਨਣਾ ਮਹਾਰਾਜ ਦੇ ਆਪ ਦੇ ਹੁਕਮ ਦੇ ਵਿੱਚ ਹੈ। ਜਿਹਨੂੰ ਚਾਹੁਣ ਉਹਨੂੰ ਮਨਾ ਸਕਦੇ ਨੇ। ਪਰ ਬਾਬਾ ਜੀ ਸਾਧੂ ਸੀਗੇ ਜਿਨ੍ਹਾਂ ਨੇ ਉਦਾਸੀਨ ਬਿਰਤੀ ਧਾਰਨ ਕੀਤੀ ਅਤੇ ਸਾਰੀ ਉਮਰ ਜਾਤ ਸਾਧ ਦੇ ਵਿੱਚ ਪਰਪੱਕ ਰਹੇ, ਵਿਆਹ ਨਹੀਂ ਕਰਵਾਇਆ। ਉਦਾਸੀ ਸੰਪਰਦਾ ਬਾਬਾ ਜੀ ਤੋਂ ਚੱਲੇ। ਬਾਬਾ ਜੀ ਦਾ ਸਤਿਕਾਰ ਤਾਂ ਗੁਰੂ ਸਾਹਿਬ ਖੁਦ ਆਪ ਕਰਦੇ ਰਹੇ ਹਨ। ਕਿਸੇ ਵੀ ਗੁਰੂ ਸਾਹਿਬ ਦੇ ਕੋਲ ਹਾਜ਼ਰ ਹੁੰਦੇ ਅਤੇ ਮਹਾਰਾਜ ਉੱਠ ਕੇ ਖੜ੍ਹੇ ਹੋ ਜਾਇਆ ਕਰਦੇ ਸਨ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਿਮਰਤਾ ਦੀ ਇੱਕ ਬਹੁਤ ਉੱਤਮ ਸਾਖੀ ਹੈ। ਜਦ ਕਿ ਬਾਬਾ ਜੀ ਨੂੰ ਉਹਨਾਂ ਨੇ ਇਹ ਬਚਨ ਕੀਤਾ ਸੀ, ਬਾਬਾ ਜੀ ਦੇ ਮੁਖਾਰਬਿੰਦ 'ਤੇ ਦਾੜਾ ਨਹੀਂ ਸੀਗਾ ਅਤੇ ਆਪਦੇ ਸਖਤ ਸੁਭਾਅ ਮੁਤਾਬਕ ਉਹਨਾਂ ਸਵਤੇ ਸੇਧੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਗੱਲ ਕਰ ਦਿੱਤੀ। ਦਾੜੇ 'ਤੇ ਤਰਕ ਕੀਤੀ। ਸਾਹਿਬਾਂ ਦਾ ਦਾੜਾ ਬਹੁਤ ਲੰਬਾ ਸੀਗਾ। ਕਈ ਇਸ ਸਾਖੀ 'ਤੇ ਵੀ ਤਰਕ ਕਰਦੇ ਨੇ ਵੀ ਇਹ ਗੁਰੂ ਰਾਮਦਾਸ ਜੀ ਦੀ ਹੀਨਤਾ ਵਾਲੀ ਸਾਖੀ ਹੈ। ਪਰ ਸਾਧ ਸੰਗਤ ਜੀਓ, ਇਹ ਕੋਈ ਹੀਨਤਾ ਨਹੀਂ ਹੈ। ਲੋਕ ਤਾਂ ਰੋਟੀ ਖਵਾਉਣ ਨੂੰ ਵੀ ਹੀਨਤਾ ਮੰਨਦੇ ਨੇ। ਸੰਤਾਂ ਦੀਆਂ ਫੋਟੋਆਂ ਵਾਇਰਲ ਕਰਕੇ ਕਹਿੰਦੇ ਇਹ ਤਾਂ ਵੇਟਰ ਨੇ ਜੀ। ਜੇ ਸਾਧੂ ਸੰਤਾਂ ਨੇ ਲੰਗਰ ਨਹੀਂ ਵਰਤਾਉਣਾ, ਕਿਸੇ ਆਏ ਗਏ ਨੂੰ ਜਲ ਪਾਣੀ ਨਹੀਂ ਛਕਾਉਣਾ, ਸਿਆਣਿਆਂ ਦਾ ਕਹਿਣਾ ਘਰ ਭਾਵੇਂ ਦੁਸ਼ਮਣ ਵੀ ਆ ਜਾਏ ਉਹਨੂੰ ਵੀ ਪਾਣੀ ਪਿਲਾਓ। ਜੇ ਹੁਣ ਆਪਾਂ ਵੇਟਰਾਂ ਕੋਲੋਂ ਕੰਮ ਕਰ ਲੈਣ ਲੱਗ ਪਏ ਹਾਂ ਅਤੇ ਜ਼ਰੂਰੀ ਨਹੀਂ ਵੀ ਇਹ ਵੇਟਰਾਂ ਦਾ ਹੀ ਕੰਮ ਹੈ। ਗੁਰੂ ਘਰ ਤਾਂ ਸਾਰੇ ਹੀ ਸੇਵਾ ਕਰਦੇ ਨੇ। ਮਹਾਰਾਜ ਨੇ ਆਪ ਭੁੱਖੇ ਸਾਧੂਆਂ ਨੂੰ ਅੰਨ ਛਕਾਇਆ। ਉਹਨਾਂ ਨੂੰ ਕੀ ਆਖਾਂਗੇ? ਇਉਂ ਸਿਰ ਫਿਰੇ ਲੋਕ ਜਿਹੜੇ ਸੇਵਾ ਕਰਕੇ ਰਾਜੀ ਨਹੀਂ, ਉਹ ਸੇਵਾ ਵਾਲਿਆਂ 'ਤੇ ਵੀ ਤਰਕ ਕਰਦੇ ਨੇ। ਜੇ ਕਿਸੇ ਨੂੰ ਜਲ ਪਾਣੀ ਛਕਾਦਾ ਉਹਦੀ ਫੋਟੋ ਖਿੱਚ ਕੇ ਪਾ ਦੇਣੀ, ਆ ਵੇਖੋ ਜੀ ਆ ਪਕੌੜੇ ਖਵਾ ਰਿਹਾ ਜੀ, ਜਲ ਪਾਣੀ। ਕੋਈ ਗੁਨਾਹ ਥੋੜ੍ਹਾ ਆ, ਕਿਸੇ ਨੂੰ ਛਕਾਉਣਾ ਕੋਈ ਗੁਨਾਹ ਨਹੀਂ ਹੈ। ਉਹ ਤਾਂ ਸੇਵਾ ਹੈ ਜੋ ਗੁਰੂ ਘਰ ਦਾ ਨਿਯਮ ਹੈ। ਸਤਿਗੁਰੂ ਕੀ ਸੇਵਾ ਸਫਲ ਹੈ। ਮਹਾਰਾਜ ਖੁਦ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤ ਨੂੰ ਪਿਪਲੀ ਸਾਹਿਬ ਪ੍ਰਸ਼ਾਦ ਛਕਾਉਣ ਗਏ। ਇਹ ਮਹਾਰਾਜ ਦੀ ਨਿਮਰਤਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਜੀ ਨੇ ਆਖਿਆ ਵੀ ਦਾੜਾ ਇੰਨਾ ਕਿਉਂ ਲੰਬਾ ਵਧਾਇਆ ਹੈ? ਬਲਕਿ ਪਰਮਾਤਮਾ ਦੀ ਦੇਣ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਹਾਸੇ ਵਿੱਚ ਗੱਲ ਪਾਤੀ, ਗੁੱਸਾ ਨਹੀਂ ਕੀਤਾ। ਮੁਸਕਰਾ ਕੇ ਕਹਿਣ ਲੱਗੇ, ਬਾਬਾ ਜੀ ਆਪ ਜੀ ਬੈਠੋ। ਮੈਂ ਸੁਤੇ ਸਿੱਧ ਬੈਠਾ ਹੋਇਆ, ਮੈਨੂੰ ਖਿਆਲ ਨਹੀਂ ਰਿਹਾ, ਮੈਨੂੰ ਉੱਠ ਕੇ ਖੜ੍ਹੇ ਹੋਣਾ ਚਾਹੀਦਾ ਸੀ। ਤੁਸੀਂ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਹੋ, ਆਓ ਬੈਠੋ ਜੀ, ਆਇਆਂ ਨੂੰ। ਬਾਬਾ ਜੀ ਨੂੰ ਬਿਠਾ ਕੇ ਉਹਨਾਂ ਦੇ ਚਰਨ ਖੱਬੇ ਹੱਥ ਨਾਲ ਫੜ ਕੇ, ਸੱਜੇ ਨਾਲ ਦਾੜਾ ਫੜ ਕੇ ਚਰਨਾਂ ਨੂੰ ਲਾਤਾ। ਆਖਿਆ ਕਿ ਆਪ ਜੈਸੇ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੇ ਉੱਪਰ ਜਿਹੜੀ ਧੂੜ ਪਈ ਹੁੰਦੀ ਹੈ ਉਹਨੂੰ ਸਾਫ਼ ਕਰਨ ਲਈ ਵਧਾਇਆ, ਹੋਰ ਆਪਾਂ ਕੀ ਕਰਨਾ ਇਹਦਾ? ਇਹ ਮਹਾਰਾਜ ਦੀ ਨਿਮਰਤਾ ਦੀ ਸਾਖੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਜਹਾਂਗੀਰ ਬਾਦਸ਼ਾਹ ਥਰ ਥਰ ਕੰਬਦਾ ਸੀਗਾ। ਸਾਰੀ ਉਮਰ ਡਰਦਾ ਰਿਹਾ ਕਿ ਕਿਤੇ ਮੇਰੀ ਧੌਣ ਦੇ ਹੀ ਨਾ ਗੋਡਾ ਰੱਖ ਦੇਣ, ਕਿਉਂਕਿ ਉਹਨੇ ਗੁਰੂ ਸਾਹਿਬ ਜੀ ਨੂੰ, ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਮਹਾਰਾਜ ਦੇ ਮਗਰ ਮਗਰ ਤੁਰਿਆ ਫਿਰਦਾ ਰਿਹਾ ਕਿ ਕਿਤੇ ਨਾਰਾਜ਼ ਨਾ ਹੋ ਜਾਣ। ਉਹਦਾ ਮੁੰਡਾ ਸ਼ਾਹਜਹਾਨ, ਉਹ ਇੰਨਾ ਘਬਰਾ ਗਿਆ ਕਿ 4 ਜੰਗਾਂ ਤੋਂ ਬਾਅਦ ਮੁੜ ਕੇ ਉਹਨੇ ਮਹਾਰਾਜ ਵੱਲ ਨਹੀਂ ਵੇਖਿਆ।
ਐਸੇ ਵੀਰ ਅਸੀਂ ਸੁਭਾਅ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਵੀ ਬਾਬਾ ਜੀ ਦਾ ਸਤਿਕਾਰ ਕਰਦੇ। ਗੁਰਦਾਸਪੁਰ ਜ਼ਿਲ੍ਹੇ ਵਿੱਚ ਧਾਰੀਵਾਲ ਦੀਆਂ ਨਹਿਰਾਂ ਲੰਘ ਕੇ ਬਾਬਾ ਸ੍ਰੀ ਚੰਦ ਦਾ ਗੁਰਦੁਆਰਾ ਸਾਹਿਬ ਹੈ। ਉੱਥੇ ਬਾਬਾ ਜੀ ਬਿਰਾਜਮਾਨ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਦੇ ਖੇਡਦੇ ਮੱਥਾ ਟੇਕਣ ਚਲੇ ਗਏ। ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਸ੍ਰੀ ਚੰਦ ਜੀ ਮਹਾਂਪੁਰਖ ਕਹਿਣ ਲੱਗੇ, ਪੁਰਖਾ ਬੜੇ ਘੋੜੇ ਘਾੜੇ ਰੱਖੇ ਹੋਏ ਨੇ, ਬੜੀਆਂ ਫੌਜਾਂ ਨੇ, ਬੜਾ ਤੇਰਾ ਟੱਬਰ ਹੈ, ਦੱਸ ਤੇਰੇ ਸਾਹਿਬਜ਼ਾਦੇ ਕਿੰਨੇ ਨੇ? ਕਹਿੰਦੇ ਸਭ ਆਪ ਦੀ ਕਿਰਪਾ ਹੈ ਜੀ, ਆਪ ਨੇ ਬਖਸ਼ਿਸ਼ਾਂ ਕੀਤੀਆਂ ਨੇ, ਉਹੀ ਬਖਸ਼ਿਸ਼ਾਂ ਲਈ ਫਿਰਦੇ ਹਾਂ। ਅਸੀਂ ਕਿੱਥੋਂ ਲੈ ਕੇ ਆਉਣਾ ਸੀ, ਤੁਸੀਂ ਕਿਰਪਾ ਕੀਤੀ ਹੈ। ਇਉਂ ਮਹਾਰਾਜ ਨਿਮਰਤਾ 'ਚ ਬੋਲਦੇ ਰਹੇ ਅਤੇ ਫਿਰ ਗੁੱਸੇ 'ਚ ਆ ਕੇ ਕਹਿਣ ਲੱਗੇ ਵੀ ਸਾਰਾ ਕੁਛ ਤਾਂ ਤੁਸੀਂ ਲੈ ਗਏ ਸਾਡੇ ਘਰੋਂ। ਬਾਬਾ ਜੀ ਦਾ ਸੁਭਾਅ ਕੁਝ ਸਖਤ ਸੀਗਾ। ਜਿਹੜੇ ਸੰਤ ਹੁੰਦੇ ਨੇ, ਨਹੀਂ ਤਾਂ ਦੁਨੀਆ ਲੁੱਟ ਕੇ ਖਾ ਜਾਏ ਉਹਨਾਂ ਨੂੰ, ਉਹਨਾਂ ਦੀ ਕਮਾਈ ਹੁੰਦੀ ਹੈ, ਉਹਨਾਂ ਦਾ ਬਚਨ ਪੂਰਾ ਹੁੰਦਾ, ਲੋਕ ਖਹਿੜੇ ਹੀ ਪੈ ਜਾਣ। ਇੰਨੀਆਂ ਡਿਮਾਂਡਾਂ ਨੇ ਦੁਨੀਆ ਦੀਆਂ, ਉਹਨਾਂ ਦਾ ਖਹਿੜਾ ਨਾ ਛੱਡਣ ਜੇ ਸਖਤ ਨਾ ਬੋਲਣ। ਇਸ ਲਈ 100 ਦੇ ਵਿੱਚੋਂ 90 ਸੰਤਾਂ ਦਾ ਸੁਭਾਅ ਗਾਲੀ ਗਲੋਚ ਵਾਲਾ। ਕੋਈ ਫਤਿਹ ਨਹੀਂ ਬੁਲਾਉਣੇ, ਨਾ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ। ਅਗਲਾ ਬੇਇੱਜ਼ਤੀ ਮੰਨ ਕੇ ਦੌੜੀ ਜਾਏ, ਨਹੀਂ ਤਾਂ ਮੇਲਾ ਲੱਗ ਜਾਏ। ਜਿਹੜੇ ਅਸਲੀ ਸੰਤ ਨੇ ਉਹ ਆਪਣੇ ਕੋਲ ਨਹੀਂ ਕਿਸੇ ਨੂੰ ਰਹਿਣ ਦਿੰਦੇ, ਸੁਭਾਅ ਸਖਤ ਰੱਖਦੇ ਨੇ ਜਾਣ ਬੁੱਝ ਕੇ। ਮਹਾਰਾਜ ਨੇ ਆਸਾ ਦੀ ਵਾਰ ਵਿੱਚ ਲਿਖਿਆ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ। ਜਿਹੜੇ ਸੰਤ ਨੇ ਜੇ ਬਾਹਰੋਂ ਭੁੱਲ ਚੁੱਕ ਕੁਛ ਬੋਲ ਵੀ ਦਿੰਦੇ ਨੇ, ਫਿਰ ਵੀ ਉਹ ਗਲਤ ਨਹੀਂ ਹਨ, ਉਹ ਚੰਗੇ ਹਨ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਬਾਬਾ ਜੀ ਦਾ ਸੁਭਾਅ ਬਹੁਤ ਹੀ ਸਖਤ ਸੀਗਾ। ਜਿੰਨਾ ਵੇਖੋ ਗੁਰੂ ਨਾਨਕ ਸਾਹਿਬ ਨੂੰ ਜਵਾਬ ਦੇ ਦਿੱਤਾ, ਹੋਰ ਕਿਹਨੂੰ ਸਮਝਣਗੇ ਉਹ? ਤੁਸੀਂ ਆਪ ਦੱਸਿਆਣੇ ਹੋ। ਮਹਾਰਾਜ ਤੋਂ ਵੱਡਾ ਤਾਂ ਦੁਨੀਆ 'ਚ ਕੋਈ ਨਹੀਂ ਨਾ ਹੋਇਆ। ਗਿਆਨ ਧਿਆਨ ਕਿਛ ਕਰਮ ਨ ਜਾਣ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਦੁਨੀਆ ਮਹਾਰਾਜ ਦੇ ਚਰਨਾਂ 'ਚ ਨਹੀਂ ਆਉਂਦੀ, ਸਭ ਸਾਹਿਬਾਂ ਦੇ ਬਚਨਾਂ ਨੂੰ ਮੰਨਦੀ ਨੂੰ ਮੰਨਦੇ। ਪਰ ਬਾਬਾ ਜੀ ਉਹਨਾਂ ਦਾ ਆਪਣਾ ਹੀ ਸੁਭਾਅ ਸੀਗਾ। ਸਾਡੇ ਲਈ ਮਹਾਂਪੁਰਖ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਤੁਸੀਂ ਸਾਰਾ ਕੁਛ ਹੀ ਲੁੱਟ ਕੇ ਲੈ ਗਏ ਸਾਡੇ ਘਰੋਂ ਗੱਦੀ ਦੇ ਨਾਲ, ਅਤੇ ਹੁਣ ਕੀ ਲੈਣਾ ਆ? ਜੋ ਕੁਛ ਮੇਰੇ ਕੋਲ ਹੈ ਉਹ ਵੀ ਲੈਣਾ ਆ? ਲੈ ਫੜ, ਦੱਸ ਤੇਰੇ ਸਾਹਿਬਜ਼ਾਦੇ ਕਿੰਨੇ ਨੇ? ਕਹਿੰਦੇ ਮਹਾਰਾਜ 5 ਹਨ ਅਤੇ ਆਪ ਦੇ ਦਿੱਤੇ ਹੋਏ ਨੇ। ਕਹਿੰਦੇ ਕਹਿਣਾ ਸੌਖਾ ਹੈ, ਆਪ ਦੇ ਦਿੱਤੇ ਹੋਏ ਨੇ, ਲਿਆ ਮੈਨੂੰ ਦੇ ਫਿਰ, 5 ਚੋਂ 1 ਹੀ ਦੇ। ਕਹਿੰਦੇ ਜੀ 5 ਹੀ ਤੁਹਾਡੇ ਨੇ, ਸਾਰੇ ਲੈ ਲਓ। ਕਹਿੰਦੇ ਨਹੀਂ, 1 ਮੈਨੂੰ ਦੇ, ਬਾਕੀ ਤੁਸੀਂ ਸਭ ਕੁਛ ਨਿਮਰਤਾ ਨਾਲ ਲੈ ਰਹੇ ਗਏ ਹੋ। ਜਿਸ ਤਰ੍ਹਾਂ ਹੁਣ ਨਿਮਰਤਾ ਜਨਾ ਰਹੇ ਹੋ, ਇਹੀ ਤੁਹਾਡੇ ਵਿੱਚ ਗੁਣ ਵਾਧਾ ਹੈ ਸਾਡੇ ਨਾਲੋਂ। ਸਾਨੂੰ ਮਹਾਰਾਜ ਨੇ ਖਾਰਜ ਕਰ ਦਿੱਤਾ, ਤੁਹਾਡੇ ਵਿੱਚ ਇਹ ਨਿਮਰਤਾ ਦਾ ਗੁਣ ਵੱਧ ਹੋਣ ਕਰਕੇ ਤੁਹਾਨੂੰ ਸਭ ਕੁਝ ਦੇ ਦਿੱਤਾ। ਅਤੇ ਹੁਣ ਵੀ ਤੁਸੀਂ ਹੱਥ ਜੋੜ ਕੇ ਮੇਰੇ ਪਾਸੋਂ ਨਿਮਰਤਾ ਦੇ ਨਾਲ ਲੈਣ ਆਏ ਹੋ। ਅਤੇ ਜੋ ਕੁਛ ਮੇਰੇ ਕੋਲ ਸੀਗਾ ਉਹ ਮੈਂ ਆਪਣਾ ਵੀ ਸਭ ਕੁਛ ਤੁਹਾਨੂੰ ਦਿੰਦਾ। ਇੱਕ ਸਾਹਿਬਜ਼ਾਦਾ ਮੈਨੂੰ ਦੇ, ਉਹਨੂੰ ਮੈਂ ਆਪਣੀ ਗੱਦੀ ਦੇਣੀ ਹੈ। ਇਹੀ ਮੇਰੇ ਕੋਲ ਸੀਗੀ, ਉਹ ਵੀ ਤੁਹਾਡੇ ਘਰ ਭੇਜ ਦਿੰਦੇ ਆ। ਮਹਾਰਾਜ ਕਹਿਣ ਲੱਗੇ, ਜਿਹਦੇ 'ਤੇ ਹੱਥ ਰੱਖ ਲਓ। ਬਾਬਾ ਗੁਰਦਿੱਤਾ ਜੀ ਘੋੜੇ 'ਤੇ ਚੜ੍ਹੇ ਸੀਗੇ, ਉਦੋਂ ਤਾਂ ਹੱਥ ਜੋੜ ਕੇ ਖੜ੍ਹੇ ਹੋਣਗੇ। ਸਭ ਤੋਂ ਵੱਡੇ ਉਹੀ ਸੀ। ਕਹਿੰਦੇ ਆਹ ਵੱਡਾ ਹੈ? ਕਹਿੰਦੇ ਜੀ ਹਾਂ। ਕਹਿੰਦੇ ਲੈ ਇਹਨੂੰ ਹੀ ਦੇ ਦੇ। ਭਾਈ ਗੁਰਦਿੱਤਾ ਸਾਹਿਬ ਜੀ
ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਉਹਨਾਂ ਨੂੰ ਆਪਣੀ ਸੇਲੀ ਟੋਪੀ ਗੱਦੀ ਦੀ ਸਾਰੀ ਜ਼ਿੰਮੇਵਾਰੀ ਦੇ ਕੇ ਉਦਾਸੀ ਸੰਪਰਦਾ ਦਾ ਪਹਿਲਾ ਮੁਖੀ ਧੰਨ ਬਾਬਾ ਸ੍ਰੀ ਚੰਦ ਜੀ ਹੋਇਆ, ਦੂਸਰਾ ਮੁਖੀ ਬਾਬਾ ਗੁਰਦਿੱਤਾ ਜੀ। ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ। ਕੀਰਤਪੁਰ ਸਾਹਿਬ ਉਹਨਾਂ ਦੀ ਸਮਾਧ ਹੈ। ਜਦ ਉਹ ਮਹਾਰਾਜ ਦਾ ਬਚਨ ਮੰਨ ਕੇ ਮਰੀ ਗਊ ਜਿਉਂਦਾ ਕਰਨ ਦੇ ਦੋਸ਼ ਹੇਠ ਆਪਣਾ ਆਪ ਤਿਆਗ ਗਏ, ਫਿਰ ਮਹਾਰਾਜ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਵਰ ਦਿੱਤੇ ਸੀਗੇ। ਉੱਪਰ ਬਾਬੇ ਗੁਰਦਿੱਤੇ ਦੀ ਸਮਾਧ ਹੈ, ਹੇਠਾਂ ਉਦਾਸੀ ਸੰਪਰਦਾ ਦਾ ਗੁਰਦੁਆਰਾ ਹੈ, ਬਾਬੇ ਗੁਰਦਿੱਤੇ ਸਾਹਿਬ ਦਾ ਧੂੰਆਂ ਹੈ। ਬਾਬੇ ਗੁਰਦਿੱਤੇ ਤੋਂ ਬਾਅਦ 4 ਧੂੰਏ ਹੋਏ, ਜਿਹਦੇ ਵਿੱਚ ਇੱਕ ਭਾਈ ਗੁਰਬਖਸ਼ ਸਾਧ ਦਾ ਧੂੰਆਂ, ਇੱਕ ਅਲਮਸਤ ਫਕੀਰ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਦਿੱਤੇ, ਉੱਥੇ ਨਾਨਕ ਮੱਤੀ ਸਾਹਿਬ ਉਹਨਾਂ ਦਾ ਧੂੰਆਂ, 2 ਸੰਤ ਹੋਰ। ਅੱਜ ਕੱਲ੍ਹ ਸਾਨੂੰ ਪ੍ਰਚਾਰਕਾਂ ਨੂੰ, ਕਥਾਵਾਚਕਾਂ ਨੂੰ, ਜਿਨ੍ਹਾਂ ਨੇ ਗਾਤਰੇ ਪਾਏ ਹੋਏ ਨੇ, ਇੱਕੋ ਹੀ ਕੰਮ ਹੈ ਵੀ ਆਪਾਂ ਹੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ, ਕਿਉਂਕਿ ਗਾਤਰਾ ਜੋ ਪਾਇਆ ਹੋਇਆ ਉਹ ਭਾਵੇਂ ਸਾਰਾ ਕੁਝ ਵਲੇਟ ਕੇ ਆਪਣੇ ਘਰ ਵਾਲੀ ਨੂੰ ਫੜਾ ਦਈਏ, ਮਾफ़ ਕਰਨਾ, ਜੋ ਗੁਰਦੁਆਰੇ ਦੀ ਮਾਇਆ ਤੇਲਾ ਕੱਪੜਾ ਤੰਗੜ ਲੰਬੜ ਸਭ ਵਲੇਟ ਕੇ ਇੱਕ ਗੁਰਦੁਆਰੇ ਦਾ ਘਰ ਲਈ ਜਾਂਦੇ ਆ। ਅਤੇ ਨਿੰਦਿਆ ਉਹਨਾਂ ਸੰਤਾਂ ਦੀ ਕਰਦੇ ਜਿਨ੍ਹਾਂ ਸਰੀਰ ਵੀ ਗੁਰਦੁਆਰੇ ਨੂੰ ਸਮਰਪਿਤ ਕਰ ਦਿੱਤਾ। ਜੇ ਕੋਈ ਬੰਦਾ ਪੁੱਛਣ ਵਾਲਾ ਹੋਵੇ ਵੀ ਗਿਆਨੀ ਜੀ ਮਹਾਰਾਜ ਠੀਕ ਹੈ, ਤੁਸੀਂ ਬਾਣੀ ਦੀ ਵਿਆਖਿਆ ਪ੍ਰਚਾਰ ਕਰਦੇ ਹੋ, ਪਰ ਜਿਨ੍ਹਾਂ ਕਮਾਇਆ ਹੈ, ਜਿਨ੍ਹਾਂ ਦਾ ਜੀਵਨ ਹੈ, ਉਹ ਵੀ ਮਹਾਰਾਜ ਦੇ ਪਿਆਰੇ ਹੀ ਨੇ। ਜ਼ਰੂਰੀ ਨਹੀਂ ਵੀ ਗਾਤਰੇ ਵਾਲੇ ਹੁੰਦੇ ਨੇ, ਗਾਤਰੇ ਤੋਂ ਬਗੈਰ ਵੀ ਸੰਤ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਦੇ ਆਪਾਂ ਸਿੰਘ ਹਾਂ, ਅਤੇ ਮਹਾਰਾਜ ਦੀ ਬਾਣੀ ਨੂੰ ਕਿਤੇ ਪੜ੍ਹ ਕੇ ਅਮਲ ਕੀਤਾ 5 ਬਾਣੀਆਂ ਵਿੱਚੋਂ। ਸੰਤ ਸਮੂਹ ਅਨੇਕ ਮੱਤੀ ਕੇ, ਅੰਮ੍ਰਿਤਧਾਰੀਓ ਹੀ ਸੰਤ ਨਹੀਂ ਹੈ, ਹੋਰਨਾਂ ਮੱਤਾਂ ਦੇ ਵੀ ਹਨ। ਮਹਾਰਾਜ ਨੇ ਸੰਤ ਆਖਿਆ ਹੈ, ਅਤੇ ਸਾਹਿਬ ਸੰਤਾਂ ਨਾਲ ਇੰਨਾ ਪਿਆਰ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਨੇ ਸੰਤ ਰੇਣ ਨੂੰ ਵੇਖੋ ਪ੍ਰਸ਼ਾਦਾ ਹੱਥੀਂ ਛਕਾਇਆ। ਗੁਰੂ ਗੋਬਿੰਦ ਸਿੰਘ ਨੇ ਕਿਰਪਾਲ ਦਾਸ, ਜਿਹੜੇ ਉਦਾਸੀ ਸੰਪਰਦਾ ਦੇ ਮੁਖੀ ਸੰਤ ਮਹੰਤ ਸਨ, ਪੌਂਟਾ ਸਾਹਿਬ, ਉਹਨਾਂ ਨੂੰ ਮੱਥਾ ਟੇਕਿਆ। ਆਖਿਆ ਸੁਣਾ ਸਾਧਾ, ਚੇਲਿਆਂ ਦੀ ਸੁਣਾ। ਕਹਿਣ ਲੱਗੇ ਜੀ ਚੇਲੇ ਵੀ ਤੁਹਾਡੇ ਅਤੇ ਮੰਮੀ ਤੁਹਾਡਾ। ਕਹਿੰਦੇ ਭੱਜ ਗਏ ਨੇ ਡਰਦੇ ਮਾਰੇ ਜੰਗ ਤੋਂ। ਕਹਿੰਦੇ ਜੀ ਆਪਦੇ ਹੁਕਮ ਜੀ ਹੈ ਸਾਰਾ ਕੁਛ, ਤੁਸੀਂ ਡਰਾਤਾ ਅਤੇ ਉਹ ਭੱਜ ਗਏ। ਕਹਿੰਦੇ ਹੁਣ ਤੂੰ ਦੱਸ। ਕਹਿੰਦੇ ਮੰਮੀ ਤੁਹਾਡਾ, ਚੇਲੇ ਵੀ ਤੁਹਾਡੇ, ਆਪ ਹੁਕਮ ਕਰੋ, ਮੈਂ ਹਾਜ਼ਰ ਹਾਂ ਜੀ। ਆਪ ਕਿਰਪਾ ਕਰੋ, ਮੈਂ ਆਪ ਦੇ ਨਾਲ ਹਾਂ ਜੀ। ਮਹਾਰਾਜ ਕਹਿੰਦੇ ਵੀ ਤੇਰੀ ਸਹਾਇਤਾ ਸਿਰਫ ਇੰਨੀ ਚਾਹੀਦੀ ਹੈ ਕਿ ਤੂੰ ਸਾਨੂੰ ਇਹ ਦੱਸ ਕਿ ਮੈਂ ਹਾਰਾਂਗਾ ਕਿ ਮੈਂ ਜਿੱਤਾਂਗਾ ਜੰਗ ਦੇ ਵਿੱਚ। ਅਤੇ ਕਿਰਪਾਲ ਦਾਸ ਮਹੰਤ ਕਹਿਣ ਲੱਗੇ ਮਹਾਰਾਜ, ਇਹ ਕਲਗੀਆਂ ਵਾਲੇ ਪਾਤਸ਼ਾਹ, ਤੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ 10ਵਾਂ ਵਾਰਸ, ਪਾਰਬ੍ਰਹਮ ਪਰਮੇਸ਼ਰ ਦਾ ਸਰਗੁਣ ਰੂਪ, ਦੁਸ਼ਟ ਦਮਨ, ਇੰਨੀ ਤੇਰੀ ਭਗਤੀ, ਇੰਨੀ ਤੇਰੀ ਬੰਦਗੀ, 4 ਯੁੱਗਾਂ ਦਾ ਚੌਂਕੜਾ, ਦੁਨੀਆ ਦੀ ਕਿਹੜੀ ਤਾਕਤ ਹੈ ਜਿਹੜੀ ਤੈਨੂੰ ਜਿੱਤ ਸਕਦੀ ਹੈ? ਅਤੇ ਵੀ ਤੋਂ ਦਾ ਦੈਂਤ ਭੱਜ ਗਏ ਵੱਡੇ ਵੱਡੇ। ਜਿਹੜੀ ਦੇਵੀ ਚੰਡੀ ਮੰਨੀ ਪਰਮੰਨੀ ਹੈ, ਉਹਨੇ ਤੇਰੀ ਸਹਾਇਤਾ ਲਈ। ਇਹ ਪਹਾੜੀਏ ਕੀ ਨੇ ਤੇਰੇ ਅੱਗੇ ਜਿਹੜੇ ਤੈਨੂੰ ਜਿੱਤ ਸਕਣ? ਤਿੰਨਾਂ ਲੋਕਾਂ ਦੇ ਵਿੱਚ ਜੇ ਜਿੱਤ ਹੈ ਤਾਂ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਦੀ। ਮਹਾਰਾਜ ਤੂੰ ਹੁਣ ਵੀ ਜਿੱਤਿਆ ਅਤੇ ਬਾਅਦ ਵਿੱਚ ਵੀ ਜਿੱਤੇਗਾ, ਜਿੱਤ ਤੇਰੀ ਹੀ ਹਮੇਸ਼ਾ ਹੋਏਗੀ। ਮਹਾਰਾਜ ਕਹਿੰਦੇ ਵਾਹ ਜੀ ਵਾਹ ਸੰਤ ਜੀ, ਤੇਰੇ ਵਰ ਦੀ ਲੋੜ ਸੀਗੀ। ਗੁਰੂ ਗੋਬਿੰਦ ਸਿੰਘ ਨੇ ਵਰ ਲਿਆ ਸੰਤ ਕੋਲ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬੇ ਸ੍ਰੀ ਚੰਦ ਤੋਂ ਬਖਸ਼ਿਸ਼ਾਂ ਲਈਆਂ।
ਜੇ ਪੈਰੀਂ ਪਏ ਫਤਿਹ ਬੁਲਾਈ ਹੱਥ ਜੋੜੇ ਤੇ ਤਾਂ ਹੀ ਉਦਾਸੀ ਸੰਪਰਦਾ ਗੁਰਦੁਆਰੇ ਆਈ, ਗੁਰਦੁਆਰੇ ਤੋਂ ਵੱਖਰੀ ਤਾਂ ਨਹੀਂ। ਜੇ ਆਪਦੇ ਮਾਣ ਵਿੱਚ ਬੈਠੇ ਰਹਿੰਦੇ, ਨਾ ਜਾਂਦੇ ਮੱਥਾ ਟੇਕਣ, ਕੀ ਮਿਲਣਾ ਸੀਗਾ। ਤੇ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਮਰਤਾ ਜਨਾਈ। ਪੈਸੇ ਪਾਰਬ੍ਰਹਮ ਪਰਮੇਸ਼ਰ ਨੂੰ ਵਰ ਦੀ ਲੋੜ ਨਹੀਂ, ਪਰ ਉਹਨਾਂ ਮਰਿਆਦਾ ਦੇ ਮੁਤਾਬਕ ਮਨੁੱਖਾ ਸਰੀਰ ਜੋ ਧਾਰਿਆ। ਕਿਰਪਾਲ ਦਾਸ ਮਹੰਤ ਕੋਲੋਂ ਵਰ ਲਿਆ, ਸੰਤਾਂ ਕੋਲੋਂ ਵਰ ਲੈਣਾ ਚਾਹੀਦਾ, ਉਹਨਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜੋ ਅਸੀਂ ਅੱਜ ਕੱਲ੍ਹ ਗੁਰਦੁਆਰਿਆਂ ਦੇ ਮਾਲਕ ਬਣ ਕੇ ਬੈਠ ਗਏ ਹਾਂ ਵੀ ਅਸੀਂ ਹੀ ਇੱਥੋਂ ਦੇ ਪ੍ਰਬੰਧਕ ਹਾਂ। ਸੰਤ ਕੀ ਹੈ ਇਹਨਾਂ ਗੁਰਦੁਆਰਿਆਂ ਨੂੰ, ਜਦ ਅਸੀਂ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ, ਅੰਮ੍ਰਿਤਧਾਰੀ ਸਿੰਘਾਂ ਦੇ ਮਗਰ ਹਮੇਸ਼ਾ ਹੀ ਸਰਕਾਰ ਪਈ ਰਹਿੰਦੀ ਹੈ, ਸਮੇਂ ਦੀ ਸਰਕਾਰ। ਮੁਸਲਮਾਨਾਂ ਦੇ ਵੇਲੇ ਸਿੰਘਾਂ ਨੂੰ ਘਰਾਂ ਵਿੱਚ ਰਹਿਣਾ ਨਾ ਮਿਲਦਾ, ਜੰਗਲ ਵੇਲਿਆਂ ਦੇ ਵਿੱਚ ਉਹ ਵਿਚਾਰੇ ਆਪਦੇ ਦਿਨ ਕੱਟਦੇ। ਬੰਦੇ ਬਹਾਦਰ ਨੂੰ ਵੇਖੋ, ਸਾਰੀ ਉਮਰ ਵਕਤ ਪਿਆ ਰਿਹਾ, ਆਖਰ ਤੁਰਕਾਂ ਨੇ ਫੜ ਕੇ ਤੇ ਸ਼ਹੀਦ ਕਰ ਹੀ ਦਿੱਤਾ। ਇਉਂ ਅੱਜ ਤੱਕ ਜਿਹੜਾ ਵੀ ਸਿੰਘ ਸਰਕਾਰ ਦੇ ਹੱਥ ਆਇਆ, ਸਭਨਾਂ ਨੂੰ ਉਹਨਾਂ ਮਾਰ ਕੱਤਿਆ। ਬੜੇ ਸਖਤ ਮਾਹੌਲ ਆਏ, ਉਹਨਾਂ ਮਾਹੌਲਾਂ ਦੇ ਵਿੱਚ ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਸੰਤ ਕਰਦੇ ਰਹੇ ਨੇ, ਜੋ ਉਦਾਸੀ ਸੰਪਰਦਾ ਦੇ ਮਹਾਤਮਾ। ਇਹਨਾਂ ਦਾ ਗੁਰਦੁਆਰੇ ਨਾਲ ਬਹੁਤ ਵੱਡਾ ਤਗੜਾ ਸੰਬੰਧ ਹੈ। ਜੇ ਕੋਈ ਭਗਵੇਂ ਚੋਲੇ ਵਾਲੇ ਕੋਲ ਬੈਠ ਜਾਏ, ਅੱਜ ਕੱਲ੍ਹ ਵੱਡੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਹਰਿਦੁਆਰ ਸੰਤਾਂ ਦੇ ਕੋਲ ਜਾਂਦੇ, ਉੱਥੇ ਉਹਨਾਂ ਇੱਕ ਓਂਕਾਰ ਦੇ 63 ਅਰਥ ਕਰਕੇ ਸੁਣਾਏ। ਮੂਲ ਮੰਤਰ ਦੀ ਕਈ ਦਿਨ ਕਥਾ ਕਰਦੇ ਰਹੇ। ਉਹ ਮੰਨ ਗਏ ਵੀ ਠੀਕ ਹੈ, ਵਿਦਵਤਾ ਗੁਰੂ ਘਰ ਵੀ ਬੜੀ ਮਹਾਨ ਹੈ। ਅਤੇ ਜੇ ਕੋਈ ਹਰਿਦੁਆਰ ਚਲਾ ਜਾਏ, ਭੁੱਲ ਭੁਲੇਖਾ ਕਹਿੰਦੇ ਇਹ ਤਾਂ RSS ਬਣ ਗਿਆ ਜੀ। ਜੇ ਕਿਸੇ ਲਾਗੇ ਕੋਈ ਬਹਿ ਗਿਆ, ਕਹਿੰਦੇ ਤਾਂ ਇਹ ਹਿੰਦੂ ਬਣ ਗਿਆ ਜੀ, ਇਹ ਤਾਂ RSS ਦੇ ਹੱਥੀਂ ਵਿਕ ਗਿਆ ਜੀ। ਇੱਕੋ ਹੀ ਗੱਲ ਹੈ ਬਸ, ਦੂਸਰੀ ਗੱਲ ਕੋਈ ਨਹੀਂ। ਮਾਂ ਨੇ ਆਖਿਆ ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ। ਹਰਿਮੰਦਰ ਸਾਹਿਬ ਦੇ ਬਿਲਕੁਲ ਮੁੱਢ ਦੇ ਵਿੱਚ ਸਰੋਵਰ ਦੇ ਇੱਕ ਕਿਨਾਰੇ 'ਤੇ ਮੈਂ ਬਿਜਲੀ ਦਾ ਕੰਮ ਕਰਦਾ ਹੁੰਦਾ ਸੀ, ਕੰਪਲੀਟ ਕਰਨ ਗਿਆ ਸੀ ਇੱਕ ਵਾਰ। ਬ੍ਰਹਮ ਬੂਟਾ ਅਖਾੜਾ, ਉਹ ਤਾਂ ਆਪਾਂ ਕਦੀ ਮੱਥਾ ਟੇਕਿਆ ਨਹੀਂ, ਪਰ ਉੱਥੇ ਮੈਂ ਸਾਰਾ ਕੁਝ ਦੇਖ ਕੇ ਆਇਆ। ਉੱਥੇ ਬ੍ਰਹਮ ਬੂਟਾ ਅਖਾੜਾ ਅਜੇ ਵੀ ਕਾਇਮ ਹੈ, ਉਦਾਸੀ ਮਹਾਤਮਾ ਦਾ। ਸਾਡੀ ਆਪਣੀ ਦੁਕਾਨ ਦਮਦਮੀ ਟਕਸਾਲ ਦੀ, ਜਿੱਥੋਂ ਪੋਥੀਆਂ ਪ੍ਰਾਪਤ ਹੁੰਦੀਆਂ, ਉਹ ਸੰਤਾਂ ਨੂੰ ਆਪਾਂ ਕਿਰਾਇਆ ਦਿੰਦੇ ਹਾਂ। ਜਿੰਨੀ ਮਾਰਕੀਟ ਸਭ ਬ੍ਰਹਮ ਬੂਟੇ ਅਖਾੜੇ ਦੀ ਹੈ। ਅੱਧਾ ਅੰਮ੍ਰਿਤਸਰ ਉਹਨਾਂ ਸੰਤਾਂ ਦਾ ਹੈ। ਅਤੇ ਦਰਬਾਰ ਸਾਹਿਬ ਦੀ ਸੇਵਾ ਵੀ ਇਹਨਾਂ ਦੇ ਕੋਲ ਹੁੰਦੀ ਸੀਗੀ। ਰੇਲਵੇ ਸਟੇਸ਼ਨ ਵੀ ਇਹਨਾਂ ਦੀ ਪ੍ਰੋਪਰਟੀ 'ਚ ਹੈ, ਭਾਵੇਂ ਰੁਪਈਆ ਹੀ ਰੈਂਟ ਹੈ। ਅਸੀਂ ਵੀ 150 ਹੀ ਦੇਈਦਾ, ਪਰ ਕਿਰਾਇਆ ਜ਼ਰੂਰ ਉਹਨਾਂ ਸੰਤਾਂ ਨੂੰ ਬਚਾਈਦਾ, ਕਿਉਂਕਿ ਜਗ੍ਹਾ ਉਹਨਾਂ ਦੀ ਹੈ। ਉਹ ਬੜੇ ਪੁਰਾਣੇ, ਬੜੇ ਸ਼ੁਰੂ ਤੋਂ ਹਨ। ਸ਼ਾਇਦ ਤੁਸੀਂ ਖਿਆਲ ਨਾ ਕੀਤਾ ਹੋਵੇ, ਜਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਵਾਨਾ ਹੁੰਦੇ ਨੇ, ਤਾਂ ਬ੍ਰਹਮ ਬੂਟੇ ਅਖਾੜੇ ਵਾਲਾ ਇੱਕ ਸੰਤ ਜਿਹਨੇ ਗਾਤੀ ਲਾਈ ਹੁੰਦੀ ਹੈ, ਪੁਰਾਣੀ ਮਰਜ਼ਾਦਾ ਸਾਧੂਆਂ ਵਾਲੀ, ਭਗਵੇਂ ਕੱਪੜੇ ਦੀ ਗਾਤੀ ਹੁੰਦੀ ਹੈ, ਇੱਕੋ ਹੀ ਕੱਪੜਾ ਆਪਦੇ ਲੱਤਾਂ ਪੈਰਾਂ ਨੂੰ ਅਤੇ ਉੱਪਰ ਨੂੰ ਮਲੇਟਿਆ ਹੁੰਦਾ। ਉਹ ਜਿਹੜਾ ਸਾਧੂ ਹੈ, ਉਦਾਸੀ ਮਹਾਤਮਾ ਬ੍ਰਹਮ ਬੂਟੇ ਅਖਾੜੇ ਵਾਲਾ, ਉਹ ਸਾਧ ਸੰਗਤ ਜੀ ਉਹ ਪਿੱਤਲ ਦੀ ਜਿਹੜੀ ਤੁਰਰੀ ਹੈ ਉਹ ਵਜਾਉਂਦਾ ਹੈ, ਸ਼ਹਿਨਾਈ। ਜਿਸ ਤਰ੍ਹਾਂ ਸ਼ੰਖ ਵਜਾਈਦਾ, ਘੜਿਆਲ ਵਜਾਈਦਾ, ਉਹਦੀ ਆਵਾਜ਼ ਤੁਸੀਂ ਡੇਲੀ ਹਰਿਮੰਦਰ ਸਾਹਿਬ ਲਾਈਵ ਕੀਰਤਨ ਤੋਂ ਸੁਣਦੇ ਹੋ। ਜਦ ਮਹਾਰਾਜ ਦਾ ਪ੍ਰਕਾਸ਼ ਆਉਂਦਾ ਹੈ ਅਤੇ ਉਹ ਜਿਹੜੀ ਪਿੱਤਲ ਦੀ ਤੁਰਰੀ ਆ, ਉਹ ਬ੍ਰਹਮ ਬੂਟੇ ਅਖਾੜੇ ਵਾਲੇ ਉਦਾਸੀ ਮਹਾਤਮਾ ਵਜਾਉਂਦੇ ਨੇ, ਸ਼ੁਰੂ ਤੋਂ ਵਜਾਉਂਦੇ ਆਏ ਨੇ, ਉਹਨਾਂ ਦੀ ਮਰਜ਼ਾਦਾ ਹੈ। ਹਰਿਮੰਦਰ ਸਾਹਿਬ ਜੋ ਮਰਜ਼ੀ ਕੋਈ ਭੇਟਾ ਕਰੇ, ਜਿਹੜੀ ਬੋਲ ਕੇ ਅਰਦਾਸ ਹੁੰਦੀ ਹੈ, ਉਹਦੇ ਵਿੱਚ ਉਹਦਾ ਕਿਸੇ ਦਾ ਨਾਮ ਨਹੀਂ ਲਿਆ ਜਾਂਦਾ।
ਗੁਪਤ ਅਰਦਾਸ ਸਿੰਘ ਸਾਹਿਬ ਬੈਠ ਕੇ ਕਰ ਦਿੰਦੇ ਨੇ, ਪਰ ਅਰਦਾਸ ਜਿਹੜੀ ਸੰਗਤ 'ਚ ਬੋਲ ਕੇ ਇੱਕੋ ਦਾ ਹੀ ਨਾਮ ਲਿਆ ਜਾਂਦਾ। ਰਾਗੀ ਭਾਈ ਸ਼ਾਮ ਸਿੰਘ ਜੀ, ਜਿਨ੍ਹਾਂ ਦੀ ਧਰਮਸ਼ਾਲਾ ਤੋਂ 2 ਬਾਲਟੀਆਂ ਕੜਾਹ ਪ੍ਰਸ਼ਾਦੀਆਂ ਫੜ ਕੇ ਅੰਮ੍ਰਿਤ ਵੇਲੇ 2:30 ਵਜੇ ਆਉਂਦੀਆਂ ਨੇ ਡੇਲੀ। ਇਹ ਸੰਤਾਂ ਦੀ ਮਰਜ਼ਾਦਾ ਹੈ। ਨਾ ਤਾਂ ਅਸੀਂ ਸੇਵਾ ਕਰਦੇ ਹਾਂ, ਜਿੰਨੇ ਕਥਾਵਾਚਕ ਪ੍ਰਚਾਰਕ, ਕੋਈ ਸੇਵਾ ਕਰਦਾ ਵੇਖਿਆ ਤੁਸੀਂ? ਜਾਂ ਕਿਸੇ ਨੂੰ ਗੁਟਕਾ ਫੜ ਕੇ ਨਿਤਨੇਮ ਕਰਦਾ ਵੇਖਿਆ ਜੇ? ਗਿਆਨੀ ਬਣਦਿਆਂ ਸਾਰੇ ਆਪਾਂ ਸਮਝਦੇ ਹਾਂ ਵੀ ਆਪਾਂ ਤਾਂ ਭਗਵਾਨ ਬਣ ਗਏ। ਕਈ ਤਾਂ ਗੱਦੀ ਲਾ ਕੇ ਬਹਿ ਜਾਂਦੇ ਕਮਲੇ ਬੰਦੇ। ਅਤੇ ਇਸ ਵਾਸਤੇ ਨਾ ਤਾਂ ਅਸੀਂ ਸੇਵਾ ਕਰਦੇ ਹਾਂ, ਨਾ ਅਸੀਂ ਨਿਤਨੇਮ ਕਰਦੇ ਹਾਂ, ਨਾ ਸਾਡੀ ਕੋਈ ਮਾਲਾ ਦਾ ਸਿਮਰਨ ਹੈ। ਪੈਸੇ ਵੀ ਚੁੱਕ ਕੇ ਆਪਦੇ ਘਰ ਨੂੰ ਲੈ ਜਾਂਦੇ ਆ। ਮਾਫ ਕਰਨਾ, ਇਹ ਸੱਚੀਆਂ ਗੱਲਾਂ ਨੇ। ਸਭ ਕੁਝ ਖਾਂਦੇ ਪੀਂਦੇ ਸੰਗਤ ਦਾ, ਅਤੇ ਸੰਗਤ ਨੂੰ ਬੁਰਾ ਕਹਿੰਦੇ ਆ, ਮਾੜਾ ਨਿੰਦਿਆ ਕਰਦੇ ਆ। ਜਿਹੜੇ ਸਾਧੂ ਸੰਤ ਸਭ ਦੁਨੀਆ ਦੇ ਬੱਚਿਆਂ ਨੂੰ ਸਾਂਭਦੇ ਨੇ, ਕੋਈ ਪਿੰਗਲਵਾੜੇ 'ਚ ਯਤੀਮਖਾਨਾ ਕਰ ਰਿਹਾ, ਸਾਂਭ ਰਿਹਾ, ਕੋਈ ਬੱਚਿਆਂ ਨੂੰ ਟਕਸਾਲ ਦੇ ਵਿੱਚ ਸੰਪਰਦਾ ਦੇ ਵਿੱਚ ਵਿੱਦਿਆ ਪੜ੍ਹਾ ਰਿਹਾ ਹੈ ਫ੍ਰੀ ਆਫ ਕਾਸਟ, ਕੋਈ ਕਾਰ ਸੇਵਾ ਵਾਲਾ ਚੰਗੇ ਪਾਸੇ ਲਾ ਕੇ ਅਤੇ ਸੇਵਾ ਦੇ ਵਿੱਚ ਸਾਧ ਸੰਗਤ ਜੀ ਲੰਗਰ ਦੇ ਪ੍ਰਬੰਧ ਕਰ ਰਹੇ ਨੇ, ਇਮਾਰਤਾਂ ਬਣਾ ਰਹੇ ਨੇ। ਉਹਨਾਂ ਸਾਧੂਆਂ ਸੰਤਾਂ ਦੇ ਆਪਾਂ ਪਿੱਛੇ ਪਏ ਹੋਏ ਹਾਂ। ਪਤਾ ਨਹੀਂ ਕਿਹੋ ਜਿਹਾ ਮਾਹੌਲ ਆ ਗਿਆ। ਚੰਗੀ ਗੱਲ ਤਾਂ ਆਪਾਂ ਸੁਣ ਕੇ ਅਤੇ ਕਰਕੇ ਰਾਜੀ ਹੋਏ ਨਹੀਂ। ਉਹਨਾਂ ਦੇ ਮਗਰ ਆਪਾਂ ਵੀ, ਆਮ ਜਨਰੇਸ਼ਨ ਵੀ ਸਾਧੂ ਸੰਤਾਂ ਦੀ ਨਿੰਦਿਆ ਵਿੱਚ ਪਈ ਹੋਈ ਹੈ। ਅੱਜ ਕੱਲ੍ਹ ਦੀ ਕਥਾ ਦੇ ਵਿੱਚ 2 ਗੱਲਾਂ ਰਹਿ ਗਈਆਂ। ਇੱਕ ਤਾਂ ਦਸਮ ਗ੍ਰੰਥ ਦੀ ਨਿੰਦਿਆ, ਬਹਿੰਦਿਆਂ ਸਾਰੀ ਦਸਮ ਗ੍ਰੰਥ ਨੂੰ ਮਾੜਾ ਕਹਿਣਾ ਸ਼ੁਰੂ ਕਰ ਦੇਈਦਾ, ਅਤੇ ਦੂਜਾ ਸਾਧੂਆਂ ਦੀ ਨਿੰਦਿਆ। ਫੇਸਬੁੱਕ 'ਤੇ ਯੂਟਿਊਬ 'ਤੇ ਉਹ ਚੱਲਦਾ ਪ੍ਰਚਾਰਕ, ਬਹੁਤੇ ਵੀ ਉਹਨੂੰ ਮਿਲਦੇ ਜਿਹੜਾ ਇਹ 2 ਗੱਲਾਂ ਕਰੇ। ਬਾਣੀ ਦੀ ਕਥਾ ਕੌਣ ਸੁਣਦਾ? ਕਹਿੰਦੇ ਸਮਝ ਹੀ ਨਹੀਂ ਆਉਂਦੀ ਜੀ। ਇਤਿਹਾਸ ਦੀ ਸਾਖੀ ਨਾ ਕੋਈ ਸੁਣ ਕੇ ਰਾਜੀ ਆ, ਨਾ ਕੋਈ ਕਰਦਾ। ਗੁਰਪ੍ਰਤਾਪ ਦੀ ਨਿੰਦਿਆ ਕਰੀ ਜਾਂਦੇ, ਇੰਨੇ ਮੂਰਖ ਲੋਕ ਨੇ। ਆਪਦੀਆਂ ਸਟੋਰੀਆਂ ਘਰ ਦੇ ਚੁਲਕੜੇ ਬਣਾਏ ਹੋਏ ਸੁਣਾਈ ਜਾਣਗੇ ਅਤੇ ਕਹਿਣਗੇ ਕਵੀ ਸੰਤੋਖ ਸਿੰਘ ਨੇ ਗਲਤ ਲਿਖਿਆ ਹੈ, ਜਿਹਦੇ ਵਰਗੀ ਕਥਾ ਦੁਨੀਆ 'ਚ ਕੋਈ ਕਰ ਹੀ ਨਹੀਂ ਸਕਦਾ। ਬੜੀ ਅਲੰਕ੍ਰਿਤ ਬ੍ਰਿਜ ਭਾਸ਼ਾ ਦੇ ਵਿੱਚ, ਜਿਹਦੇ ਵਿੱਚ ਹਰੇਕ ਗੁਣ ਹੈ। ਮੇਰੀ ਤਾਂ ਇੰਨੀ ਸ਼ਰਧਾ ਹੈ ਕਵੀ ਸੰਤੋਖ ਸਿੰਘ ਜੀ ਦੇ ਇਤਿਹਾਸ 'ਤੇ, ਉਹਨਾਂ ਦੀ ਕਵਿਤਾ 'ਤੇ। ਮੈਂ ਤਾਂ ਕਈ ਵਾਰ ਇਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦੀ ਉਹਦੀ ਬਾਣੀ ਹੋਈ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਤੇ ਕਵਿਤਾ ਪੜ੍ਹ ਕੇ ਵੇਖਿਓ, ਜਿਸ ਤਰ੍ਹਾਂ ਦਸਮ ਗ੍ਰੰਥ ਦੀ ਬਾਣੀ ਦੇ ਛੰਦ ਨੇ, ਉਸ ਤਰ੍ਹਾਂ ਕਵੀ ਸੰਤੋਖ ਸਿੰਘ ਨੇ ਛੰਦਾਂ ਦੀ ਘਾਟ ਘੜੀ ਹੈ। ਬਾਣੀ ਨਾਲ ਮਿਲਦੀ ਹੋਈ ਹੈ, ਗੁਰੂ ਗੋਬਿੰਦ ਸਿੰਘ ਦੀ ਬਾਣੀ ਦੇ ਨਾਲ ਸੇਮ ਟੂ ਸੇਮ। ਇੰਨੇ ਕਮਾਲ ਦੀ ਅਰਥ ਉਹਨਾਂ ਨੇ ਕਵਿਤਾ ਦੇ ਵਿੱਚ ਕੀਤੇ ਨੇ। ਆਮ ਬੰਦਾ ਤਾਂ ਪਾਠ ਹੀ ਨਹੀਂ ਕਰ ਸਕਦਾ। ਸ਼ਾਮ ਨੂੰ ਕਿਤੇ ਆਇਓ, ਕਥਾ ਤੁਹਾਨੂੰ ਸੁਣਾਵਾਂਗੇ। ਸਿਰ ਘੁੰਮ ਜਾਂਦਾ, ਸੁਣਨ ਵਾਲੇ ਦਾ ਵੀ ਬੰਦਲ ਜਾਂਦਾ। ਇੰਨੀ ਕਠਿਨ ਉਹਨਾਂ ਨੇ ਕਵਿਤਾ ਉਚਾਰਨ ਕੀਤੀ ਹੈ, ਇੰਨਾ ਗਿਆਨ ਵਿਦਾਂਤ ਦੀ ਕਥਾ ਉਹਨਾਂ ਨੇ ਰਚੀ ਹੈ। ਅਤੇ ਅਸੀਂ ਇੱਕ ਵੀ ਅੱਖਰ ਰਚ ਨਹੀਂ ਸਕਦੇ। ਅਤੇ ਰਚੇ ਹੋਏ ਇਤਿਹਾਸ ਦੀ ਕਥਾ ਕਰਨੀ ਕਠਿਨ ਹੋਈ ਪਈ। ਆਪਾਂ ਉਹਨਾਂ ਮਹਾਂਪੁਰਖਾਂ ਦੀ ਨਿੰਦਿਆ, ਉਹ ਵੀ ਸਾਧੂ ਸੰਤ ਸੀ, ਨਾਮ ਅਭਿਆਸੀ ਮਹਾਰਾਜ ਦੇ ਉਹਨਾਂ ਨੂੰ ਦਰਸ਼ਨ ਹੋਏ ਸਨ। ਜਿਵੇਂ ਜਿਵੇਂ ਦਰਸ਼ਨ ਹੁੰਦੇ ਤਿਵੇਂ ਤਿਵੇਂ ਹੀ ਉਹ ਇਤਿਹਾਸ ਰਚਦੇ। ਕਥਾ ਤੋਂ ਪ੍ਰਭਾਵ ਮਿਲਦਾ ਹੈ। ਆਮ ਬੰਦਾ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਲਿਖ ਸਕਦਾ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ, ਜਿਹੜੇ ਪੰਜਾਬੀ ਸਾਹਿਤ ਦੇ ਸਭ ਤੋਂ ਪਹਿਲੇ ਕਵੀ ਹੋਏ ਨੇ, ਜਿਨ੍ਹਾਂ ਪੰਜਾਬੀ ਦੇ ਵਿੱਚ ਬਹੁਤ ਮਹਾਨ ਸੇਵਾ ਕੀਤੀ। ਉਹਨਾਂ ਦਾ ਲਿਟਰੇਚਰ, ਉਹਨਾਂ ਦੀਆਂ ਕਵਿਤਾਵਾਂ, ਉਹ ਵੀ ਬ੍ਰਹਮ ਗਿਆਨੀ ਹੋਏ ਹਨ, ਸੰਤ ਵੀ ਅਤੇ ਕਵੀ ਵੀ। ਤੋ ਅਨੇਕਾਂ ਸੰਤ ਦੁਨੀਆ ਦੇ ਵਿੱਚ, ਸਾਰੇ ਉਹਨਾਂ ਦੇ ਵਿੱਚ ਕਿਸੇ 'ਚ ਕੋਈ ਗੁਣ, ਕਿਸੇ 'ਚ ਕੋਈ ਗੁਣ ਹੈ। ਮਹਾਰਾਜ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਅਸੀਂ ਕੇਵਲ ਆਪਣੇ ਬੱਚਿਆਂ ਦੀ ਸੰਭਾਲ ਰੱਖਦੇ ਹਾਂ, ਆਪਦੇ ਘਰ ਦਾ ਸਾਨੂੰ ਖਿਆਲ ਹੈ। ਜਿਹੜੇ ਸਾਧੂ ਸੰਤ ਨੇ ਉਹ ਬਾਣੀ ਭਾਵੇਂ ਨਾ ਪੜ੍ਹਨ, ਕਥਾ ਭਾਵੇਂ ਨਾ ਕਰਨ, ਪਰ ਬਾਣੀ ਦੀ ਕਮਾਈ ਜ਼ਰੂਰ ਕਰਦੇ ਨੇ। ਐਸੇ ਕਮਾਈ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦੇ ਹਾਂ, ਉਹਨਾਂ ਨੂੰ ਮੱਥਾ ਟੇਕਦੇ ਹਾਂ। ਹੰਸਾਲੀ ਵਾਲੇ ਮਹਾਂਪੁਰਖ ਬਾਬਾ ਜੀ, ਜਿਨ੍ਹਾਂ ਨੇ ਵੇਖੋ ਸੰਸਾਰ ਉਹਨਾਂ ਦਾ ਸਤਿਕਾਰ ਕਰਦਾ, ਅਤੇ ਉਹਨਾਂ ਨੇ
ਗੁਰੂ ਘਰ ਦੀਆਂ ਸੇਵਾਵਾਂ ਕਰਵਾ ਕੇ ਸਰਬੱਤ ਦਾ ਭਲਾ ਲੋਚਿਆ। ਮਾਇਆ ਤੇਲਾ ਅਰ ਸੰਗਤਾਂ ਨੂੰ ਗੁਰੂ ਸਾਹਿਬ ਦੀ ਸੇਵਾ ਵਿੱਚ ਲਾ ਕੇ ਕਈਆਂ ਦੇ ਉੱਪਰ ਪਰਉਪਕਾਰ ਕੀਤਾ। ਜਨ ਪਰ ਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਲਾਈ। ਜਿਹੜਾ ਵੀ ਕੋਈ ਢਾਡੀ ਜਾਂ ਪ੍ਰਚਾਰਕ ਜਾਂ ਕਥਾਵਾਚਕ ਤੁਸੀਂ ਸੁਣੋ ਵੀ ਉਹ ਮਹਾਰਾਜ ਦੀ ਬਾਣੀ ਨੂੰ ਗਲਤ ਬੋਲ ਰਿਹਾ, ਦਸਮ ਗ੍ਰੰਥ ਨੂੰ, ਜਾਂ ਕਿਸੇ ਸਾਧੂ ਸੰਤ ਦੀ ਨਿੰਦਿਆ ਕਰ ਰਿਹਾ, ਉਤਰਦਿਆਂ ਸਾਰ ਹੀ ਉਹਨੂੰ ਭਜਾ ਦਿਆ ਕਰੋ, ਮਾਫ ਕਰਨਾ। ਕੀ ਫਾਇਦਾ ਇਹੋ ਜਿਹੇ। ਇੱਕ ਵਾਰ ਬਟਾਲੇ ਸ਼ਹਿਰ ਦੇ ਵਿੱਚ ਮੈਂ ਵੇਖਿਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਇਤਿਹਾਸ ਦੀ ਕਥਾ ਹੋਈ, ਜਿਹਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਨਾਵੇਂ ਪਾਤਸ਼ਾਹ ਜੀ ਦਾ ਸੀਸ ਜਦ ਜਲਾਦ ਨੇ ਕਿਰਪਾਨ ਮਾਰੀ ਤਾਂ ਉਹਨਾਂ ਦੀ ਕਿਰਪਾਨ ਲੱਗਣ ਤੋਂ ਪਹਿਲਾਂ ਉਤਰ ਕੇ ਭਾਈ ਜੈਤੇ ਦੀ ਝੋਲੀ ਵਿੱਚ ਆ ਗਿਆ। ਉਹ ਢਾਡੀ ਸਿੰਘ ਨੇ, ਚੰਗਾ ਭਲਾ ਪ੍ਰਚਾਰਕ, 2-3 ਘੰਟੇ ਇਸੇ 'ਚ ਹੀ ਖਰਾਬ ਕਰ ਦਿੱਤੇ ਵੀ ਮਹਾਰਾਜ ਦਾ ਸੀਸ ਆਪਣੇ ਆਪ ਲੱਥ ਕੇ ਝੋਲੀ 'ਚ ਨਹੀਂ ਆਇਆ, ਥੱਲੇ ਡਿੱਗਾ ਸੀਗਾ। ਮੈਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੂੰ ਪੜ੍ਹਿਆ, ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਮਹਾਰਾਜ ਦਾ ਪਾਵਨ ਸੀਸ ਧਰਤੀ 'ਤੇ ਡਿੱਗਾ ਹੋਇਆ ਸੀ, ਭਾਈ ਜੈਤਾ ਜੀ ਨੇ ਆਪਦੇ ਪਿਓ ਦਾ ਸੀਸ ਵੱਢ ਕੇ ਅਤੇ ਧਰਤੀ 'ਤੇ ਉੱਥੇ ਰੱਖਿਆ ਅਤੇ ਉਹਨਾਂ ਨੂੰ ਫਿਰ ਚੁੱਕਿਆ। ਕਈ ਇਸ ਤਰ੍ਹਾਂ ਬੋਲਦੇ ਨੇ। ਉਹ ਢਾਡੀਆਂ ਨੇ ਵੀ ਇੰਝ ਹੀ ਬੋਲਿਆ, ਸੰਗਤਾਂ ਭਜਾਤਾ, ਕਹਿੰਦੇ ਭਾਜੋ। ਕਹਿੰਦੇ ਰਾਤ ਕਿੱਥੇ ਜਾਈਏ? ਕਹਿੰਦੇ ਤਖਤ ਪੋਸ਼ 'ਤੇ ਪੈ ਜਾਓ, ਕੋਈ ਬਿਸਤਰਾ ਨਹੀਂ, ਕੋਈ ਰੋਟੀ ਨਹੀਂ। ਇਹ ਕੋਈ ਪ੍ਰਚਾਰ ਥੋੜ੍ਹੋ, ਸੰਗਤਾਂ ਨੂੰ ਜੋੜੀ ਦਾ ਹੈ, ਤੋੜੀ ਦਾ ਥੋੜ੍ਹੋ। 10 ਦਿਨ ਕਥਾ ਹੋਈ ਮਹਾਰਾਜ ਨਾਵੇਂ ਪਾਤਸ਼ਾਹ ਦੀ, ਅਤੇ ਕਿੰਨੇ ਪਿਆਰ ਨਾਲ ਕਵੀ ਸੰਤੋਖ ਸਿੰਘ ਨੇ ਲਿਖੀ ਹੋਈ ਹੈ। ਤੋ ਖੰਡਣ ਮੰਡਣ ਦੇ ਵਿੱਚ ਸਮਾਂ ਖਰਾਬ ਕਰਨ ਦੀ ਬਜਾਏ ਨਾਮ ਜਪਣ ਅਤੇ ਜਪਾਉਣ ਦਾ ਉਪਦੇਸ਼, ਆਪ ਕਮਾਓ ਅਵਰਾ ਉਪਦੇਸ਼। ਇਹ ਗ੍ਰੰਥ ਸਾਰੇ ਤਖਤਾਂ ਦੇ ਉੱਪਰ ਕਥਾ ਹੁੰਦੀ ਹੈ, ਬੜਾ ਪੁਰਾਤਨ ਹੈ। ਕੋਈ ਮਾੜਾ ਮੋਟਾ ਘਾਟਾ ਵਾਧਾ ਹੈ ਉਹ ਗੁਰਬਾਣੀ ਦੇ ਮੁਤਾਬਕ ਸੁਧਾਰ ਕੇ ਬੋਲ ਦਈਦਾ, ਅਤੇ ਪਰ ਸਾਰਾ ਇਤਿਹਾਸ ਤਾਂ ਨਹੀਂ ਲਾਂਭੇ ਰੱਖ ਸਕਦੇ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਗੁਰਮੁਖ ਬਣੋ। ਇਹ ਪ੍ਰੇਮੀਓ, ਹਰ ਕਾ ਸੰਤਾ ਪ੍ਰਾਨ ਧਨ, ਸੋ ਜੋ ਹਰੀ ਨਾਮ ਨੂੰ ਆਪ ਦੇ ਪ੍ਰਾਣ ਸਵਾਸ ਤੇ ਧਨ ਸਮਝਣ ਵਾਲਾ ਪਰਮੇਸ਼ਰ ਦਾ ਸੰਤ ਹੈ, ਮਹਾਤਮਾ ਹੈ। ਤਿਸ ਕਾ ਬਨਹਰਾ, ਉਹਨੂੰ ਮੈਂ ਆਪਣੇ ਪ੍ਰਾਣ ਤੇ ਧਨ ਆਦਿ ਅਰਪਣ ਕਰਦਾ, ਅਤੇ ਉਸ ਸੰਤ ਮਹਾਤਮਾ ਦਾ ਮੈਂ ਪਾਣੀ ਭਰਨ ਵਾਲਾ ਬਣਨਾ ਕਰਦਾ ਹਾਂ। ਸਿੰਘ ਸਾਹਿਬ ਤਾਂ ਸਾਰੇ ਤਖਤਾਂ 'ਤੇ ਨੇ ਅਤੇ ਸਤਿਕਾਰਯੋਗ ਨੇ, ਪਰ ਜਿਹੜਾ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਹੈ ਹਜ਼ੂਰ ਸਾਹਿਬ ਵਾਲਾ, ਅੱਧੀ ਰਾਤ ਹੀ ਉੱਠ ਕੇ ਬੈਠ ਜਾਂਦਾ ਅਤੇ ਸਾਰੀ ਦਿਹਾੜੀ 'ਚ ਪਤਾ ਨਹੀਂ 1000 ਵਾਰ ਉਹ ਇਸ਼ਨਾਨ ਕਰਦਾ, ਕੇਸੀ ਇਸ਼ਨਾਨ, ਅਤੇ ਪਤਾ ਨਹੀਂ ਕਿੰਨੇ ਵਾਰ ਕੱਪੜੇ ਬਦਲਦਾ ਅਤੇ ਕਿੰਨੀ ਵਾਰ ਮਹਾਰਾਜ ਦੇ ਤਖਤ 'ਤੇ। ਇੱਕੋ ਦੀ ਸੇਵਾ ਹੈ ਸ਼ਸਤਰ ਨੂੰ ਸੰਭਾਲਣਾ। ਆ ਥੋੜ੍ਹਾ ਜਿਹਾ ਬਿਮਾਰੀ ਕਾਰਨ ਬੰਬੇ ਹੌਸਪੀਟਲ ਦਾਖਲ ਹੈ ਕਿ ਆਏ ਨੇ। ਬਿਮਾਰੀ ਅੱਗੇ ਕਿਸੇ ਦਾ ਜ਼ੋਰ ਨਹੀਂ, ਪਰ ਉਹਨਾਂ ਆਪਦੀ ਮਰਜ਼ੀ ਨਾਲ ਅੱਜ ਤੱਕ ਕਾਫੀ ਸਾਲ, ਮੈਨੂੰ ਵੇਖਦਿਆਂ ਨੂੰ ਹੋ ਗਏ 20-25 ਸਾਲ ਸ਼ਾਇਦ, ਅੱਜ ਤੱਕ ਨਾਗਾ ਨਹੀਂ ਪਾਇਆ। ਅਤੇ ਉਹਨਾਂ ਦਾ ਲਿਬਾਸ ਜਦੋਂ ਜਾਂਦੇ ਨੇ ਸਾਧੂਆਂ ਵਾਲਾ ਹੁੰਦਾ, ਉਦਾਸੀ ਸੰਪਰਦਾ, ਜਿਸ ਤਰ੍ਹਾਂ ਖਾਤੀ ਲਾਉਂਦੇ ਨੇ ਇੱਕੋ ਬਸਤਰ ਨੂੰ ਲਪੇਟ ਕੇ, ਬੜੀ ਸੁੱਚ ਪਿੱਤਰਤਾ ਦੇ ਨਾਲ ਗੁਰੂ ਸਾਹਿਬ ਦੇ ਸ਼ਸਤਰਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ। ਐਸੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਅਸੀਂ ਪਾਣੀ ਭਰਨ ਵਾਲੇ ਬਣਦੇ ਆ, ਜਿਹੜੇ ਮਹਾਰਾਜ ਦੇ ਸੇਵਾਦਾਰ ਹਨ। ਭਾਈ ਮੀਤਾ ਸੁਤ ਸਗਲ ਤੇ, ਆਪਣੇ ਸਗੇ ਭਰਾ ਦੇ ਨਾਲੋਂ ਉਹਨਾਂ ਨੂੰ ਜ਼ਿਆਦਾ ਆਪਾਂ ਮੰਨਦੇ ਹਾਂ। ਮਿੱਤਰ ਪੁੱਤਰ ਆਦਿਕ ਸਾਰਿਆਂ ਤੋਂ ਉਹ ਮੈਨੂੰ ਪਿਆਰੇ ਹਨ। ਜੀਹੋ ਤੇ ਪਿਆਰਾ, ਮੇਰੀ ਜ਼ਿੰਦਗੀ ਤੋਂ ਵੀ ਉਹ ਸੰਤ ਪਿਆਰੇ ਚੰਗੇ ਹਨ। ਸੰਤ ਪਿਆਰੇ ਸੱਚੇ ਧਾਰੇ। ਆ ਮਟੌਰ ਦੇ ਇੱਕ ਮਹਾਂਪੁਰਖ ਹੁੰਦੇ, ਉਹ ਚੜ੍ਹਾਈ ਕਰ ਗਏ, ਸੰਤ ਜਰਨੈਲ ਸਿੰਘ ਦੇ ਬਰਾਬਰ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ, ਬਰਾਬਰ 'ਤੇ ਬਾਣੀ ਪੜ੍ਹਦੇ ਰਹੇ, ਬੜੀ ਭਗਤੀ ਉਹਨਾਂ ਕੀਤੀ। ਉਹਨਾਂ ਦਾ ਬਚਨ ਅੱਜ ਤੱਕ ਮੈਨੂੰ ਯਾਦ ਹੈ। ਉਹ ਕਿਹਾ ਕਰਦੇ ਸੀ, ਬਾਬਾ ਮਹਾਂ ਸਿੰਘ ਜੀ ਮਟੌਰ ਦੇ, ਕਹਿੰਦੇ ਵੀ ਗੁਰਦੁਆਰੇ ਦਾ ਜਿਹੜਾ ਝਾੜੂ ਹੁੰਦਾ, ਝਾੜੂ
ਉਹਨੂੰ ਵੀ ਮੱਥਾ ਟੇਕੋ, ਗੱਜ ਕੇ ਆਖੋ ਸਤਨਾਮ ਸ੍ਰੀ। ਝਾੜੂ ਵੇਖੋ ਸਾਰਿਆਂ ਦੇ ਪੈਰਾਂ 'ਚ ਥੱਲੇ ਪੁੰਜੇ ਫੇਰੀ ਦਾ ਕੋਈ ਚੰਗੀ ਚੀਜ਼ ਥੋੜ੍ਹਾ ਆ। ਆਪਾਂ ਪੈਰ ਨਾਲ ਪਰਾਂ ਕਰ ਦਿੰਦੇ, ਘਰਾਂ ਦੇ ਵਿੱਚ ਉਹਨੂੰ ਵਗਾਹ ਮਾਰਦੇ ਹਾਂ। ਪਰ ਜਿਹੜਾ ਗੁਰਦੁਆਰੇ ਆ ਗਿਆ, ਸੰਗਤ ਦੇ ਚਰਨਾਂ ਦੀ ਧੂੜ ਨੂੰ ਉਹਨੇ ਸਪਰਸ਼ ਕੀਤਾ। ਇੱਕ ਭਾਈ ਸਾਲੋ ਜੀ ਹੋਏ ਨੇ ਅੰਮ੍ਰਿਤਸਰ ਦੇ, ਉਹ ਝਾੜੂ ਫੇਰਦਿਆਂ ਕਿਸੇ ਬੱਚੇ ਨੇ ਪੈਰ ਲਾਤਾ ਸੀਗਾ, ਅਤੇ ਉਹਨਾਂ ਆਖਿਆ ਸੀ ਬੇਟੀ ਗੁਰਦੁਆਰੇ ਦੇ ਝਾੜੂ ਨੂੰ ਪੈਰ ਨਹੀਂ ਲਾਈਦਾ। ਉਹ ਮੁੰਡਾ ਸੀਗਾ ਅਤੇ ਉਹਦੀਆਂ ਗੁੱਤਾਂ ਕੀਤੀਆਂ ਹੋਈਆਂ ਸਨ। ਉਹਨਾਂ ਵੇਖ ਕੇ ਸਮਝਿਆ ਵੀ ਕੁੜੀ ਆ, ਅਤੇ ਉਹ ਮੁੰਡੇ ਤੋਂ ਕੁੜੀ ਬਣਾ ਤਾ। ਇੰਨਾ ਬਚਨ ਉਹਨਾਂ ਦਾ ਸਿੱਧ ਸੀਗਾ। ਫਿਰ ਉਹ ਮਹਾਰਾਜ ਕੋਲ ਆਏ, ਕਹਿੰਦੇ ਆਪਦੇ ਸਿੱਖ ਨੇ ਸਾਡਾ ਮੁੰਡਾ ਕੁੜੀ ਬਣਾ ਤਾ ਜੀ। ਕਹਿੰਦੇ ਗੱਲ ਕੀ ਹੋਈ, ਕੋਈ ਗਲਤੀ ਹੋਈ? ਕਹਿੰਦੇ ਜੀ ਝਾੜੂ ਨੂੰ ਪੈਰ ਲਾਇਆ। ਕਹਿੰਦੇ ਫਿਰ ਤੁਹਾਡੀ ਗਲਤੀ ਆ, ਤੁਸੀਂ ਇੰਝ ਹੀ ਹੁਣ ਕਹੋ ਜਾ ਕੇ ਫਿਰ ਝਾੜੂ ਨੂੰ ਪੈਰ ਲਵਾਓ ਅਤੇ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਜੂੜਾ ਕਰਕੇ ਜਾਓ। ਉਹ ਸਤਿਪੁਰਤਗੀ ਮਹਾਂਪੁਰਖ ਨੇ ਜੋ ਕੁਝ ਵੇਖਦੇ ਉਸੇ ਤਰ੍ਹਾਂ ਬੋਲਦੇ ਨੇ। ਜਾਂ ਫਿਰ ਝਾੜੂ ਨੂੰ ਪੈਰ ਲਵਾਇਆ ਅਤੇ ਉਹਨਾਂ ਆਖਿਆ ਬੇਟੀ ਵਾਹਿਗੁਰੂ। ਕਹਿੰਦੇ ਕਾਕਾ ਝਾੜੂ ਨੂੰ ਪੈਰ ਨਹੀਂ ਲਾਈਦਾ। ਉਹ ਫਿਰ ਕੁੜੀ ਤੋਂ ਮੁੰਡਾ ਬਣ ਗਿਆ। ਇੰਨਾ ਸੰਤਾਂ ਦੀ ਤਾਕਤ ਹੁੰਦੀ ਹੈ। ਗੁਰੂ ਘਰ ਦੇ ਵਿੱਚ ਬਾਲਣ ਉਹ ਮੀਂਹ ਕਰਕੇ ਗਿੱਲਾ ਹੋ ਗਿਆ, ਘਟ ਗਿਆ, ਅਤੇ ਮਾਈਆਂ ਬੀਬੀਆਂ ਨੂੰ ਕਹਿਣ ਲੱਗੇ ਵੀ ਜਿਹਨੂੰ ਪੁੱਤ ਚਾਹੀਦਾ ਇੱਕ ਪਾਥੀ ਗੁਰਦੁਆਰੇ ਨੂੰ ਦਿਓ। ਪਾਥੀ ਪੁੱਤ ਦਿੱਤਾ ਸੀ। ਅੰਮ੍ਰਿਤਸਰ ਵਿੱਚ ਉਹਨਾਂ ਦੀ ਅੱਜ ਵੀ ਮਸ਼ਹੂਰੀ ਹੈ। ਜਿੰਨਾ ਮਰਜ਼ੀ ਸਾਇੰਸ ਹਾਈ ਫਾਈ ਸਾਡੇ ਘਰਾਂ 'ਚ ਗੈਸ ਚੁੱਲ੍ਹੇ ਆ ਗਏ, ਪਰ ਉਹਨਾਂ ਦੇ ਗੁਰਦੁਆਰੇ ਭਾਈ ਸਾਲੋ ਦੇ ਟੋਭੇ ਪਾਥੀਆਂ ਹੀ ਬਲਦੀਆਂ ਨੇ। ਟੋਕਰਾ ਪਾਥੀਆਂ ਦਾ ਲੋਕ ਸਪੈਸ਼ਲ ਉੱਥੇ ਲੈ ਕੇ ਜਾਂਦੇ। ਜਿਹੜਾ ਲੰਗਰ ਚੱਲਦਾ ਉਹ ਪਾਥੀਆਂ ਦੇ ਬਾਲਣ ਦੇ ਨਾਲ ਬਣਦਾ। ਐਤਵਾਰ ਸੰਗਤਾਂ ਜੋੜ ਮੇਲਾ ਕਰਦੀਆਂ, ਬਹੁਤ ਸੰਗਤਾਂ ਉਹਨਾਂ ਨੂੰ ਮੰਨਦੀਆਂ ਹਨ। ਸ਼ਾਇਦ ਤੁਸੀਂ ਦਰਸ਼ਨ ਨਾ ਕੀਤੇ ਹੋਣ। ਜਿਹੜਾ ਹਾਲ ਗੇਟ ਹੈ, ਜਿਹਨੂੰ ਗਾਂਧੀ ਗੇਟ ਕਹਿੰਦੇ ਨੇ, ਲੋਹ ਗੇਟ ਅਤੇ ਗਾਂਧੀ ਗੇਟ ਦੇ ਦਰਮਿਆਨ ਭਾਈ ਸਾਲੋ ਦਾ ਟੋਭਾ ਹੈ, ਕਿਲ੍ਹਾ ਲੋਹਗੜ੍ਹ ਦੇ ਨਜ਼ਦੀਕ। ਸੰਗਤਾਂ ਸਪੈਸ਼ਲ ਉੱਥੇ ਜੋੜ ਮੇਲ ਕਰਦੀਆਂ। ਤੋ ਇੰਝ ਜਿਹੜਾ ਗੁਰਦੁਆਰੇ ਦਾ ਝਾੜੂ ਵੀ ਹੈ, ਉਹਨੂੰ ਵੀ ਕਹਿੰਦੇ ਮੱਥਾ ਟੇਕੋ। ਜੂਠੇ ਬਰਤਨਾਂ ਨੂੰ ਵੀ ਸੰਗਤਾਂ ਵੇਖੋ ਮੱਥਾ ਟੇਕ ਕੇ ਫੜਦੀਆਂ ਅਤੇ ਕਿੰਨੇ ਪਿਆਰ ਨਾਲ ਸੇਵਾ ਕਰਦੀਆਂ। ਦਰੀਆਂ ਤੱਪੜ ਝਾੜਦੇ ਲੋਕ, ਚਰਨ ਗੰਗਾ 'ਚੋਂ ਪਾਣੀ ਲੈਂਦੇ। ਇੱਕ ਪ੍ਰੇਮੀ ਆ, ਜਦੋਂ ਮਹਾਰਾਜ ਦਾ ਸਰੂਪ ਉੱਪਰ ਨੂੰ ਜਾਂਦਾ, ਉਹ ਜੂਠਾ ਪਾਣੀ ਭਾਵੇਂ ਪੈਰਾਂ ਵਾਲਾ ਲੋਕਾਂ ਦਾ, ਉਹ ਅੰਮ੍ਰਿਤ ਜਾਣ ਕੇ ਛਕਦੇ। ਅਤੇ ਜਿਹੜਾ ਮਹਾਰਾਜ ਦਾ ਸੰਤ ਸਾਧੂ ਚੰਗਾ ਭਲਾ ਅੰਮ੍ਰਿਤਧਾਰੀ ਬਾਣੀ ਪੜ੍ਹਨ ਵਾਲਾ ਸੇਵਾਦਾਰ ਹੈ, ਉਹਨੂੰ ਆਪਾਂ ਬੁਰਾ ਕਿਉਂ ਆਂਦੇ ਹਾਂ? ਬਾਈ ਦੱਸੋ ਮੈਨੂੰ, ਕਿਉਂ ਆਪਾਂ ਨਿੰਦਿਆ ਕਰਦੇ ਹਾਂ? ਗੁਰੂ ਘਰ ਦੇ ਤਾਂ ਕੂਕਰਾਂ 'ਚ ਵੀ ਤਾਕਤਾਂ। ਕਬੀਰ ਨੇ ਆਖਿਆ ਹਮ ਕੂਕਰ ਤੇਰਾ ਦਰਬਾਰ, ਸਾਨੂੰ ਗੁਰਦੁਆਰੇ ਦਾ ਕੁੱਤਾ ਹੀ ਬਣਾ ਦੇ ਮਹਾਰਾਜ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਜਿਹੜੇ ਸੱਚੇ ਸੁੱਚੇ ਸਾਧੂ ਨੇ, ਜਿਨ੍ਹਾਂ ਦਾ ਕੋਈ ਫਰਕ ਨਹੀਂ, ਮਰਿਆਦਾ ਪੂਰੀ ਰੱਖਦੇ, ਬਾਣੀ ਦੇ ਨਿਤਨੇਮੀ ਭਜਨ ਬੰਦਗੀ ਵਾਲੇ, ਦੱਸੋ ਕਿੱਧਰੋਂ ਮਾੜੇ ਹੋ ਗਏ? ਇਸ ਲਈ ਧੰਨੇ ਨੇ ਵੇਖੋ ਇੱਕ ਪਖੰਡੀ ਪੰਡਤ ਦੇ ਕੋਲੋਂ ਵਿਸ਼ਵਾਸ ਕਰਕੇ ਰੱਬ ਨੂੰ ਬਾਲਿਆ। ਅਤੇ ਜੇ ਆਪਾਂ ਗੁਰਦੁਆਰੇ 'ਤੇ ਸ਼ਰਧਾ ਰੱਖਾਂਗੇ, ਸੰਗਤ ਨਾਲ ਪਿਆਰ ਰੱਖਾਂਗੇ, ਕਿਉਂ ਨਹੀਂ ਸਾਨੂੰ ਮਿਲੇਗਾ ਮਹਾਰਾਜ? ਇਸ ਵਾਸਤੇ ਸਹਿ ਪੰਜਵੇਂ ਪਾਤਸ਼ਾਹ ਸਿਕਸ਼ਾ ਦਿੰਦੇ ਹਨ ਕਿ ਆਪਦੇ ਭਰਾ ਤਾਂ ਸਾਨੂੰ ਚੰਗੇ ਲੱਗਦੇ ਨੇ, ਮਿੱਤਰ ਤਾਂ ਚੰਗੇ ਲੱਗਦੇ, ਨਿਆਣੇ ਭਾਵੇਂ ਮੂੰਹ 'ਤੇ ਨਲੀ ਲੱਗੀ ਹੋਵੇ ਉਹਨੂੰ ਵੀ ਪੂੰਝ ਕੇ ਆਪਾਂ ਬੋਝੇ 'ਚ ਪਾ ਲੈਂਦੇ ਹਾਂ, ਉਹ ਬੜੇ ਚੰਗੇ ਲੱਗਣਗੇ ਗੰਦੇ ਮੰਦੇ। ਪਰ ਸਾਧੂਆਂ ਦੀ ਕਿਉਂ ਨਿੰਦਿਆ ਕਰਦੇ? ਹੈਰਾਨੀ ਦੀ ਗੱਲ। ਘਰ ਦੀਆਂ ਪਰਿਕਰਮਾ ਕਰਦੇ ਨਹੀਂ ਥੱਕਦੇ, ਦਿਨੇ ਰਾਤ ਜੋ ਕੁਛ ਘਰ ਦੇ ਬਾਰੇ। ਅਤੇ ਜਿਹੜੇ ਦੁਨੀਆ ਨੂੰ ਸਮਰਪਿਤ ਨੇ, ਉਹਨਾਂ ਨੂੰ ਆਪਾਂ ਬੁਰਾ ਕਿਉਂ ਆਂਦੇ ਹਾਂ? ਇਹ ਗੱਲ ਦਾ ਜਵਾਬ ਦਿਓ। ਜਿਹੜਾ ਨਿੰਦਿਆ ਕਰੇ ਉਹਨੂੰ ਪੁੱਛਿਓ, ਭਾਈ ਤੂੰ ਕਿੰਨਾ ਕੁ ਚੰਗਾ, ਆਪਦੇ ਘਰ ਲੈ ਕੇ ਜਾ, ਫਿਰ ਅਸੀਂ ਵੇਖੀਏ। ਅਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਭਰਾਵਾਂ ਤੋਂ, ਮਿੱਤਰਾਂ ਤੋਂ ਅਤੇ ਪੁੱਤਰਾਂ ਤੋਂ, ਸਾਰਿਆਂ ਤੋਂ ਸਾਨੂੰ ਸੰਤ ਪਿਆਰੇ ਹਨ, ਜਿਹੜੇ ਬੰਦੇ ਦਾ ਲੋਕ ਅਤੇ ਪਰਲੋਕ ਸਵਾਰ ਦਿੰਦੇ ਨੇ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, सा विद तुम हर जानो आपे, हम रुलते फिरते कोई बात ना पूछता, गुर सतगुर संग
ਕੀਰੇ ਹਮ ਥਾਪੇ। ਗਿਆਨੀ ਜਸਵੰਤ ਸਿੰਘ ਜੀ ਖੁਦ ਆਪ ਇਹ ਗੱਲ ਮੰਨਦੇ ਨੇ, ਕਿਤੇ ਵੀ ਤੁਹਾਨੂੰ ਮਿਲੇ ਉਹਨਾਂ ਨੂੰ ਪੁੱਛ ਲਿਓ, ਉਹ ਦੱਸਦੇ ਹਨ, ਆਪ ਮੰਨਦੇ ਨੇ। ਅਤੇ ਉਹਨਾਂ ਦੀ ਜ਼ਬਾਨ ਦੇ ਵਿੱਚ ਇੰਨਾ ਫਰਕ ਹੈ, ਕੋਈ ਬੰਦਾ ਫੋਨ ਕਰੇ ਅਤੇ ਗੱਲ ਸਮਝ ਨਹੀਂ ਸਕਦਾ। ਇੱਕ ਵਾਰੀ ਕਹਿੰਦੇ ਕਿਸੇ ਪ੍ਰੇਮੀ ਨੇ ਫੋਨ ਕੀਤਾ ਵੀ ਗਿਆਨੀ ਜੀ ਨਾਲ ਗੱਲ ਕਰਾਓ। 10 ਮਿੰਟ ਕਹਿੰਦਾ ਲੱਗਾ ਰਿਹਾ ਅਤੇ ਉਹਨੂੰ ਸਮਝ ਨਾ ਆਈ, ਅਤੇ ਉਹ ਘਰ ਵਾਲੀ ਮੇਰੀ ਨੂੰ ਕਹਿਣ ਲੱਗਾ ਵੀ ਗਿਆਨੀ ਜੀ ਦੇ ਬੋਲ। 10 ਮਿੰਟ ਮੈਂ ਗੱਲ ਕੀਤੀ, ਮੈਨੂੰ ਕੋਈ ਸਮਝ ਨਹੀਂ ਆਈ, ਅਤੇ ਆਹ ਗੱਲਬਾਤ ਹੈ, ਤੁਸੀਂ ਪੁੱਛ ਕੇ ਦੱਸੋ। ਉਹ ਬਿਜਲੀ ਮਹਿਕਮੇ 'ਚੋਂ ਰਿਟਾਇਰ ਹੋਏ ਨੇ ਅਤੇ ਕਾਫੀ ਸਿਆਣੀ ਬਿਰਤੀ ਵਾਲੇ। ਕਹਿਣ ਲੱਗੇ ਭਲਿਆ ਮਾਨਸ, ਮੈਨੂੰ ਇੰਨਾ ਚਿਰ ਹੋ ਗਿਆ ਇਹਦੇ ਨਾਲ ਰਹਿੰਦਿਆਂ ਹੋਇਆਂ, ਅੱਜ ਤੱਕ ਮੈਨੂੰ ਨਹੀਂ ਸਮਝ ਆਈ, ਤੈਨੂੰ 10 ਮਿੰਟਾਂ 'ਚ ਕੀ ਸਮਝ ਆ ਜਾਊਗੀ। ਮਤਲਬ ਇੰਨਾ ਬੋਲ ਕਾਹਲਾ ਉਹਨਾਂ ਦਾ। ਅਤੇ ਜਦ ਕਥਾ ਕਰਦੇ ਤੁਸੀਂ ਸੁਣਦੇ ਹੋ ਮਨਜੀਤ ਸਾਹਿਬ ਤੋਂ। ਇਹ ਬਖਸ਼ਿਸ਼ ਕਿਹਨੇ ਕੀਤੀ? ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ। ਨਹੀਂ ਤਾਂ ਬਥੇਰੀ ਦੁਨੀਆ ਹੈ BA ਅਤੇ MA ਪੜ੍ਹੀ ਹੋਈ, ਉਹਨਾਂ ਵੈਸੇ BA ਕੀਤੀ ਹੈ, ਅਤੇ ਪੜ੍ਹਾਈ ਦੇ ਵਿੱਚ ਉਹ ਪ੍ਰੀਸਟ ਜਿਹੜੀ ਬਾਈਬਲ ਪੜ੍ਹਦੇ ਹਨ, ਈਸਾਈਆਂ ਦੇ ਪਾਦਰੀਆਂ ਦੀ ਡਿਗਰੀ ਆ ਉਹਨਾਂ ਕੋਲ। ਅਤੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਇਉਂ ਜਿਨ੍ਹਾਂ ਦੇ ਸੰਤਾਂ ਨੇ ਬਖਸ਼ਿਸ਼ ਕਰਤੀ, ਰਹਿਮਤ ਕਰਤੀ, ਵੇਖੋ ਉਹਨਾਂ ਨੂੰ ਸੇਵਾ ਦੇ ਯੋਗ ਬਣਾ ਦਿੱਤਾ। ਆ ਭਾਈ ਗੁਰਿਕਬਾਲ ਸਿੰਘ ਜੀ, ਕੋਈ ਉਹਨਾਂ ਦੀ ਸੁਰ ਨਹੀਂ, ਕੋਈ ਲੈਅ ਨਹੀਂ, ਕੋਈ ਤਾਲ ਨਹੀਂ, ਮਾਫ਼ ਕਰਨਾ। ਕਿਸੇ ਰਾਗੀ ਨੂੰ ਪੁੱਛ ਕੇ ਵੇਖ ਲਿਓ। ਮੇਰੇ ਵਾਸਤੇ ਤਾਂ ਉਹ ਮਹਾਂਪੁਰਖ ਨੇ, ਕਿਉਂਕਿ ਉਹਨਾਂ ਦੀ ਰਚਨਾ ਤੋਂ ਮੈਂ ਕੀਰਤਨ ਸੁਣ ਕੇ ਅਤੇ ਗੁਰੂ ਘਰ ਆਇਆ। ਪਰ ਇੱਕ ਮੈਂ ਰਾਗੀ ਤੋਂ ਸੁਣਿਆ ਸੀ ਵੀ ਇਹਨਾਂ ਦੀ ਸੁਰ ਕੋਈ ਨਹੀਂ। ਮਤਲਬ ਜੋ ਰਾਗੀ ਰਾਗ ਵਿਦਿਆ ਦੇ ਮਾਹਰ ਇਹ ਗੱਲ ਮੰਨਦੇ ਨੇ, ਕਿਉਂਕਿ ਉਹ ਸਿੱਖੇ ਨਹੀਂ ਚੰਗੀ ਤਰ੍ਹਾਂ। ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੀ, ਮਾਤਾ ਕੌਲਾਂ ਬਖਸ਼ਿਸ਼ ਕਿਹਨਾਂ ਦੀ ਹੋਈ? ਮਹਾਂਪੁਰਖਾਂ ਦੀ, ਨਾਨਕਸਰ ਵਾਲੇ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਬਾਬਾ ਕੁੰਨਣ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਨੇ ਬਖਸ਼ਿਸ਼ ਕੀਤੀ। ਇੱਕ ਗ੍ਰਸਤੀ ਬੰਦਾ ਵੇਖੋ, ਔਰ ਉਹਨਾਂ ਦੀ ਇੰਨੀ ਸੇਵਾ ਹੈ, ਕਿੰਨੀਆਂ ਸੰਗਤਾਂ ਉਹਨਾਂ ਦਾ ਸਤਿਕਾਰ ਕਰਦੀਆਂ। ਇੱਕ ਭਲਾਈ ਕੇਂਦਰ ਚੱਲ ਰਿਹਾ, ਇੱਕ ਹੌਸਪੀਟਲ ਚੱਲ ਰਿਹਾ ਹੈ। ਆ ਤੁਹਾਡੇ ਕੋਲ ਹੀ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਕਿੰਨੀ ਮਹਾਰਾਜ ਦੀ ਬਖਸ਼ਿਸ਼ ਹੈ, ਕੀਰਤਨ ਦੇ ਨਾਲ ਹੀ ਕਿੰਨਾ ਪਰਉਪਕਾਰ ਕੀਤਾ। ਇਹੋ ਜਿਹੇ ਰੱਬ ਦੇ ਪਿਆਰ ਵਾਲੇ ਮਹਾਰਾਜ ਕਹਿੰਦੇ ਨੇ ਸਾਨੂੰ ਆਪਦੇ ਟੱਬਰ ਤੋਂ, ਆਪਦੇ ਪਰਿਵਾਰ ਤੋਂ ਪਿਆਰੇ ਨੇ, क्योंकि जो हमारी विद होती मेरे सतगुरा, सा विद तुम हर जानो आपे। हम रुलते फिरते कोई बात ना पूछता, कोई गुर सतगुर संग कीरे हम थापे। धन धन गुरु नानक जन कीरा, जित मिलिया चूके सब सोग संतापे। आ कथा ते कीर्तन की बख्शिश घर बैठिया नहीं मिलती। जिन्ना मर्जी बंदा पढ़ लिख जाए, सेवा की बख्शिश घर बैठिया नहीं मिलती। कीर्तन जो है ये गुरुद्वारे आके ते संगत विचों ही प्राप्त हुंदा है। भाई मेता सुत सगल ते, भरा मित्र पुत्र सारियां दो, जीहूं ते प्यारा। मेरी जिंदगी तो भी वो संत प्यारा चंगा है। भाई दविंदर सिंह नूं पटियाले तो बख्शिश हुई। ਮਹਾਂਪੁਰਖ ਬਾਬੇ ਅਤਰ ਸਿੰਘ ਜੀ ਦੇ ਕੋਈ ਪ੍ਰੇਮੀ ਮਹਾਂਪੁਰਖ ਸੀਗੇ, ਉਹਨਾਂ ਇਹਨਾਂ ਨੂੰ ਵਰ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕੇਸਾਂ ਕਾ ਕਰ ਬੀਜਨਾ, ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਸੰਤ ਜਨਾਂ ਦੇ ਸੰਤ ਚੌਰ ਟੁਲਾਵੋ, ਚੌਂ ਤਰਫ ਫੇਰਨਾ ਕਰਦਾ ਹਾਂ। ਪਹਿਲਾਂ ਬਿਜਲੀ ਦੇ ਪੱਖੇ ਨਹੀਂ ਸਨ ਹੁੰਦੇ, ਪੁਰਾਣੇ ਟਾਈਮ ਸੀਗੇ, ਇਸ ਕਰਕੇ ਹੱਥਾਂ ਵਾਲੇ ਪੱਖੇ ਹੁੰਦੇ ਸੀ। ਮਹਾਰਾਜ ਨੇ ਤਾਂ ਇਹ ਬਚਨ ਲਿਖਿਆ ਹੈ। ਬੜੂ ਸਾਹਿਬ ਅਕਾਲ ਅਕੈਡਮੀ ਬਾਰੇ ਮੈਂ ਸੁਣਿਆ, ਗਿਆ ਤਾਂ ਨਹੀਂ, ਕਹਿੰਦੇ ਸੰਤਾਂ ਨੇ ਉੱਥੇ ਪੱਖੇ ਨਹੀਂ ਲਾਏ ਤਾਂ ਕਿ ਬੱਚਿਆਂ ਨੂੰ ਹੱਥੀਂ ਸੇਵਾ ਕਰਨ ਦੀ ਆਦਤ ਪਏ। ਜਦ ਵੀ ਬੱਚੇ ਬੈਠਦੇ ਉਹਨਾਂ ਨੂੰ ਕਹਿੰਦੇ ਹੱਥਾਂ ਨਾਲ ਪੱਖਾ ਕਰੋ। ਤੋ ਇੰਜ ਮਹਾਰਾਜ ਮੈਂ ਉਹਨਾਂ ਨੂੰ ਚੌਰ ਚਲਾਉਂਦਾ ਹਾਂ। ਨਿਸ਼ਕਾਮ ਕਰਮਾਂ ਰੂਪੀ ਕੇਸਾਂ ਦਾ ਵਿਸ਼ੇਸ਼ ਕਰਕੇ
ਚੌਂ ਤਰਫ ਪੱਖਾ ਚੌਰ ਚਲਾਉਂਦਾ ਹੈ। ਸੀਸ ਨਿਹਾਰੋ ਚਰਨ ਤਾਲ, ਆਪਣੇ ਸੀਸ ਸਿਰ ਨੂੰ ਸੰਤ ਜਨਾਂ ਦੇ ਚਰਨਾਂ ਦੇ ਹੇਠਾਂ ਮੈਂ ਦੇਖਣਾ ਕਰਾਂ, ਮੇਰਾ ਸਿਰ ਸੰਤਾਂ ਦੇ ਪੈਰਾਂ ਵਿੱਚ ਹੋਵੇ। ਧੂਰ ਮੁਖ ਲਾਵੋ, ਜਾਂ ਸੀਸ ਨਮਾਉਂਦਾ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਮੈਂ ਆਪਣੇ ਮੁਖ ਅਤੇ ਮਸਤਕ ਤੇ ਲਾਉਂਦਾ ਹਾਂ। ਧੂੜੀ ਮੱਜਣ ਸਾਧਕ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਮਿਸ਼ਟ ਬਚਨ ਬੇਨਤੀ ਕਰੋ, ਮੈਂ ਗਰੀਬਾਂ ਨਿਮਾਣਿਆਂ ਦੀ ਤਰ੍ਹਾਂ ਮਿੱਠੇ ਪਿਆਰ ਭਰੇ ਬਚਨਾਂ ਨਾਲ ਅਰਜ਼ੋਈ ਬੇਨਤੀ ਕਰਦਾ ਹਾਂ। ਦੀਨ ਕੇ ਨਿਆਈ, ਗਰੀਬ ਨਿਮਾਣਿਆਂ ਦੀ ਤਰ੍ਹਾਂ ਮਾਲਵੇ ਦੇ ਵਿੱਚ ਜਗਰਾਓਂ ਦੇ ਨਜ਼ਦੀਕ ਭਿੰਡਰਾ ਨਗਰ ਹੈ, ਉੱਥੇ ਅਜੇ ਵੀ ਸੰਤ ਮੋਹਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੌਜੂਦ ਨੇ, ਜੋ ਕਿਸੇ ਦੀ ਵੀ ਪਰਵਾਹ ਨਹੀਂ ਮੰਨਦੇ, ਆਪ ਦੇ ਅੰਦਰ ਨਿਤਨੇਮ ਭਜਨ ਬੰਦਗੀ ਵਿੱਚ ਜੁੜਦੇ ਨੇ। ਸੰਗਤਾਂ ਦੇ ਹੁਕਮ ਮੁਤਾਬਕ ਸੰਗਰਾਂਦ ਵਾਲੇ ਦਿਨ ਸੋ ਕੇਵਲ ਘੰਟਾ ਡੇਢ ਘੰਟਾ ਕਥਾ ਕਰਦੇ, ਦਰਸ਼ਨ ਦਿੰਦੇ, ਬਾਕੀ ਅੰਦਰ ਜਪ ਤਪ ਕਰਦੇ। ਤੋ ਐਸੇ ਮਹਾਂਪੁਰਖਾਂ ਅੱਗੇ ਨਿਮਰਤਾ ਸਹਿਤ ਮਿੱਠੇ ਬਚਨਾਂ ਨਾਲ ਪੇਸ਼ ਹੋਈਏ। ਤਾਜ ਅਬਮਾਨ ਸਰਣੀ ਪਰੋ, ਆਪਣੇ ਗੁਣਾ ਸਾਧਨਾ ਵਿਦਿਆ ਆਦਿਕ ਦਾ ਹੰਕਾਰ ਛੱਡ ਕੇ ਉਹਨਾਂ ਸੰਤ ਜਨਾਂ ਦੇ ਸ਼ਰਨ ਓਟ ਦੇ ਵਿੱਚ ਪਏ ਰਹੀਏ। ਹਰ ਗੁਣ ਨਿਧ ਪਾਈ, ਔਰ ਉਹਨਾਂ ਸੰਤਾਂ ਦੁਆਰਾ ਗੁਣਾਂ ਦੇ ਸਮੁੰਦਰ ਪਰਮੇਸ਼ਰ ਦੀ ਪ੍ਰਾਪਤੀ ਕਰੀਏ। ਅਵਲੋਕਨ ਪੁਨః ਪੁਨః ਕਰੋ, ਮੁੜ ਮੁੜ ਬਾਰ ਬਾਰ ਉਹਨਾਂ ਸੰਤ ਜਨਾਂ ਦਾ ਦਰਸ਼ਨ ਦੇਖਣਾ ਕਰਦੇ ਹਾਂ। ਜਨ ਕਾ ਦਰਸਾਰ, ਸੰਤਾਂ ਪਿਆਰਿਆਂ ਦੇ ਦਰਸ਼ਨ ਮੁੜ ਮੁੜ ਵੇਖਣਾ ਕਰੀਏ। ਅੰਮ੍ਰਿਤ ਬਚਨ ਮਨ ਮਹਿ ਸੰਚਾਓ, ਉਹਨਾਂ ਸੰਤ ਜਨਾਂ ਦੇ ਅੰਮ੍ਰਿਤ ਰੂਪ ਬਚਨ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਸਿੰਜਣਾ ਭਾਵ ਗ੍ਰਹਿਣ ਕਰਦਾ ਹਾਂ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ। ਤੇ ਇਉਂ ਮਹਾਰਾਜ ਨੇ ਬਚਨ ਕੀਤਾ ਵੀ ਜੋ ਸਾਧ ਮਹਾਂਪੁਰਖ ਮੂੰਹ ਤੋਂ ਬਚਨ ਕਰਦਾ, ਕਿਉਂਕਿ ਉਹ ਆਪ ਆਪਣੀ ਮਰਜ਼ੀ ਨਾਲ ਤਾਂ ਉਹਨਾਂ ਗੱਲ ਕਰਨੀ ਨਹੀਂ, ਬਾਣੀ ਨੂੰ ਹੀ ਬੋਲਣਾ। ਸੰਤ ਮੋਹਨ ਸਿੰਘ ਦੇ ਵਿੱਚ ਇਹ ਗੁਣ ਹੈ ਕਿ ਜਦੋਂ ਕਥਾ ਕਰਦੇ ਨੇ ਤੇ ਦੁਨਿਆਵੀ ਗੱਲ ਦੇ ਨਾਲ ਭਾਵ ਸਪਸ਼ਟ ਕਰਨ ਦੀ ਬਜਾਏ ਬਾਣੀ ਦੀ ਕਥਾ ਬਾਣੀ ਦੇ ਪ੍ਰਮਾਣਾਂ ਨਾਲ ਹੀ ਕਰਦੇ। ਇੰਨੇ ਪ੍ਰਮਾਣ ਤੇ ਦ੍ਰਿਸ਼ਟਾਂਤ ਉਹ ਦਿੰਦੇ ਕਿ ਬਾਣੀ ਨੂੰ ਬਾਣੀ ਦੁਆਰਾ ਹੀ ਸਮਝਾਉਂਦੇ ਹਨ। ਗੁਰੂ ਸਾਹਿਬ ਵੀ ਇਸ ਤਰ੍ਹਾਂ ਵਿਆਖਿਆ ਕਰਦੇ ਰਹੇ। ਇਸ ਤਰ੍ਹਾਂ ਜਿਹੜੇ ਅੰਮ੍ਰਿਤ ਬਚਨ ਮਨ ਦੇ ਵਿੱਚ ਸਿੰਚਦੇ, ਬਾਰ ਬਾਰ ਹੱਥ ਜੋੜ ਕੇ ਬੰਦੋ ਬਾਰ ਬਾਰ, ਮੁੜ ਮੁੜ ਹੱਥ ਜੋੜ ਕੇ ਉਹਨਾਂ ਨੂੰ ਆਪਾਂ ਨਮਸਕਾਰ ਕਰਦੇ ਹਾਂ। ਚਿਤਵੋ ਮਨ ਆਸਾ ਕਰੋ, ਇਹ ਵਾਹਿਗੁਰੂ ਮੈਂ ਇਹੀ ਚਿਤਾਰਦਾ, ਇਹੀ ਮਨ ਹਿਰਦੇ ਵਿੱਚ ਵੀ ਮੈਂ ਆਸਾ ਕਰਦਾ ਹਾਂ ਜਨ ਕਾ ਸੰਗ ਮੰਗੋ, ਕਿ ਤੇਰੇ ਸੰਤ ਜਨਾਂ ਦਾ ਮੈਂ ਸਾਥ ਹੀ ਮੰਗਣਾ ਕਰਾਂ। ਤੇਰੇ ਸੰਤਾਂ ਦੀ ਸੰਗਤ ਦੇ ਵਿੱਚ ਮੈਂ ਰਹਾਂ। ਸੰਤਾ ਸੰਗਤ ਪਾਈਐ, ਜਿਤ ਜਮ ਕੇ ਪੰਥ ਨਾ ਜਾਈਐ। ਤੋਸਾ ਹਰ ਕਾ ਨਾਮ ਲੈ, ਤੇਰੇ ਕੁਲਹਿ ਨਾ ਲਾਗੈ ਗਾਲ ਜੀਓ। ਨਾਨਕ ਕੋ ਪ੍ਰਭ ਦਇਆ ਕਰ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ हे ਪਰਮੇਸ਼ਰ, ਮੈਂ ਜਨ ਦੇ ਤਾਈਂ ਆਪਣੀ ਦਇਆ ਕਰ, ਆਪਣੀ ਮਿਹਰ ਕਰ। ਦਾਸ ਚਰਣੀ ਲਾਗੋ, ਕਿ ਜਿਹੜੇ ਤੇਰੇ ਦਾਸ ਨੇ, ਸੇਵਕ ਨੇ, ਭਾਵ ਸੰਤ ਜਨ ਹਨ, ਉਹਨਾਂ ਦੇ ਮੈਂ ਚਰਨਾਂ ਦੇ ਨਾਲ ਲੱਗਣਾ ਕਰਾਂ। ਇਹ ਸਮੁੱਚੀ ਸੰਗਤ ਦੀ ਪ੍ਰਥਾਏ ਮਹਾਰਾਜ ਨੇ ਸ਼ਬਦ ਉਚਾਰਿਆ ਹੈ। ਜਿਹੜੇ ਗੁਰੂ ਘਰ ਦੇ ਵਿੱਚ ਆ ਗਏ ਉਹ ਸਾਡੇ ਲਈ ਸਾਰੇ ਸੰਤ ਹੀ ਨੇ, ਭਾਵੇਂ ਛੋਟਾ ਜਿਹਾ ਨਿਆਣਾ ਬੱਚਾ ਹੀ ਹੈ, ਪਰ ਗੁਰਦੁਆਰੇ ਤਾਂ ਬੈਠਾ ਹੈ। ਮਹਾਰਾਜ ਦੇ ਚਰਨਾਂ 'ਚ ਸੰਤ ਬੈਠਦੇ ਨੇ, ਚੋਰ ਦਾ ਕੀ ਕੰਮ। ਇਸ ਵਾਸਤੇ ਗੁਰੂ ਘਰ 'ਚ ਸਾਰੇ ਹੀ ਸੰਤ ਨੇ। ਸਮੁੱਚੀ ਸੰਗਤ ਅੱਗੇ ਨਿਮਰਤਾ ਸਹਿਤ ਰਹੀਏ। ਜੇ ਕੁਛ ਆਪਾਂ ਲੈਣਾ ਚਾਹੁੰਦੇ ਹਾਂ ਤਾਂ ਸਭ ਕੁਛ ਮਹਾਰਾਜ ਦੀ ਸੰਗਤ ਪਾਸੋਂ ਪਾ ਸਕਦੇ ਹਾਂ। ਮਨਸਾ ਧਾਰ ਜੋ ਘਰ 'ਤੇ ਆਵੇ,
ਸਾਧ ਸੰਗ ਜਨਮ ਮਰਨ ਮਿਟਾਵੈ, ਆਸਮ ਵਰਥ ਪੂਰਨ ਹੋਵੈ, ਇਟਤ ਗੁਰ ਦਰਸਾਇਆ ਜੀ। ਘਰ ਬੈਠੇ ਬੈਠੇ ਰਹੋ, ਪਰ ਸੰਗਤ ਚ ਆ ਕੇ ਤਰੱਕੀ ਹੁੰਦੀ ਹੈ। ਇਸ ਲਈ ਮਹਾਰਾਜ ਕਿਰਪਾ ਕਰੇ। ਅੰਤਰਜਾਮੀ ਪੁਰਖ ਵਿਦਾਤੇ ਗੁਰੂ ਨਾਨਕ ਸਾਹਿਬ ਨੇ ਇਹ ਹੀ ਮੰਗਿਆ ਕੋਲੋਂ, ਅਸੀਂ ਮੰਗੀ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਤੁਰੇ। ਇੱਥੇ ਹੀ ਬੋਲ ਕਮਾ ਕਰਨੀ ਜੀ। ਅਗੇ ਦੋ ਸਮਤ ਬਖਸ਼ਨੇ। ਚਿਤ ਵੋ ਮਨ ਆਸਾ ਕਾਰੂ, ਜਨ ਕਾ ਸੰਗ ਮੰਗੋ, ਨਾਨਕ ਕਉ ਪ੍ਰਭ ਦਇਆ ਕਰ, ਦਾਸ ਚਰਣੀ ਲਾਗੋ। ਵਾਹਿਗੁਰੂ ਰਾਮ ਗਲੀ ਮਹਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੇ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ, ਦੁਖ ਸਭੇ ਸਾਰ ਨਾ ਅੰਗੀਕਾਰੋ ਕਰੇ ਤੇਰਾ ਕਾਰ, ਸਭ ਸਵਾਰਨ ਸਭਨਾ ਗੱਲਾਂ ਸਮਰਥ ਸੁਆਮੀ, ਸੁਖ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਹ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਨ ਕਾ ਮਨ ਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਮਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗ, ਕਰ ਸੁਭਾਗ ਸ਼ਬਦ ਵਾਜੇ। ਕਾਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਗੀਤ ਕਾਲ। ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਨ ਗੋਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਨੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਸੱਚੀ ਬਾਤ